ਨਾ ਜੀ ਫੜਾਓ ਤਾਂ ਰੱਖ ਦਿਓ ਤੇ ਮੈਂ ਹੀ ਦੁਖਦਾ ਮੈਂ ਕਿਹਾ ਗਿਆਨੀ ਜੀ ਨੇ ਕਹਿੰਦੇ ਰੱਖਿਆ ਇਹ ਤਾਂ ਲੱਗਦਾ ਕੋਈ ਕੋਈ ਨਾ ਕੋਈ ਨਾ ਆ ਜਾਓ ਪਹਿਲੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਕਰਤਾ ਕਰਤਾ ਜਗ ਮੁਆ ਮਰ ਬਿਨਾ ਜਾਣਿਆ ਜੋਜ ਐਸੀ ਮਰਨੀ ਜੋ ਮਰੈ ਮੋਰ ਨਾ ਮਰਨਾ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਅਨੰਦ ਮਰਨੇ ਹੀ ਤੇ ਪਈਐ ਪੂਰਨ ਪਰਮਾਨੰਦ। ਸੂਰਾ ਸੋ ਪਹਿਚਾਨੀਐ
ਤੁਮ ਕਰੋ ਦਇਆ ਮੇਰੇ ਸਾਈਂ, 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 ਤੁਮ ਕਰੋ ਦਇਆ ਐਸੀ ਮਤ ਦੀਜੈ ਮੇਰੇ ਠਾਕੁਰ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਦੁੱਧ ਪਿਆਈ, ਸਦਾ ਸਦਾ ਦੁੱਧ ਪਿਆਈ, ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ। ਪਾਣੀ ਪੱਖਾ ਈਸੋ ਸੰਤ ਆਵੇ, ਪਾਣੀ ਪੱਖਾ ਈਸੋ ਸੰਤ ਆਵੇ, ਗੁਰੂ ਗੋਬਿੰਦ ਜਸ ਗਾਈ, ਗੁਰੂ ਗੋਬਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸਮਾਰੇ, ਸਾਸ ਸਾਸ ਮਨ ਨਾਮ ਸਮਾਰੇ, ਇਹ ਬਿਸਰਾ ਨਿਤ ਪਾਈ, ਇਹ ਬਿਸਰਾ ਨਿਤ ਪਾਈ, ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ। ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ, ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ, ਬਿਨ ਸਜਾਏ ਪਰਵਾਈ, ਬਿਨ ਸਜਾਏ ਅਨੰਦ ਰੂਪ ਰਬਿਓ ਸਭ ਮਤੇ, ਅਨੰਦ ਰੂਪ ਰਬਿਓ ਸਭ ਮਤੇ, ਜਤ ਤਤ ਤੇ ਹੋ ਜਾਈ, ਜਤ ਤਤ ਤੇ ਹੋ ਜਾਈ, ਤੁਮ ਕਰੋ ਦਇਆ ਮੇਰੇ ਸਾਈਂ,
ਦੀਜੈ ਠਾਕੁਰ ਸਦਾ ਸਦਾ ਦੁਖ ਧਿਆਈ ਸਦਾ ਸਦਾ ਦੁਖ ਧਿਆਈ ਤੁਮ ਕਰੋ ਦਇਆ ਮੇਰੇ ਸਾਈ 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 ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਹ ਸ਼ਿਵਾ ਮਨ ਮੋਹਿ ਦੇਹ ਸ਼ਿਵਾ
वाहिगुरू जी का खालसा वाहिगुरू जी की फतेह। बेनती है समूह संतां नूं गुरद्वारा साहिब विखे शहीदी पंद्रहवाड़ा समागम चल रहा है। कीर्तन दरबार शुरू हो चुके हैं। आओ सारिया संतां जल्दी तो जल्दी गुरद्वारा साहिब विखे पहुँच के उन्होंने महान शहीदों को कोट कोट प्रणाम करिए। धन धन बाबा अजीत सिंह जी, बाबा जुझार सिंह जी, बाबा जोरावर सिंह जी, बाबा फतेह सिंह जी, माता गुजर कौर जी, उन्होंने शहीदियों को समर्पित ये जो शहीदी समागम चल रहे हैं। आओ 7:30 बजे तक कीर्तन होंगे। जो संतान तक गुरु घर विखे नहीं पहुंचियां जल्दी तो जल्दी आओ गुरु घर विखे पहुंची। वाहिगुरू जी का खालसा वाहिगुरू जी की फतेह।
ਹੌਸਲਾ ਜੀ ਅੱਜ ਪਰਿਵਾਰ ਵਿੱਚ ਹੋਇਆ ਹੈ। ਸਰਸਾ ਦੇ ਕਿਨਾਰੇ ਤੇ ਸਤਿਗੁਰਾਂ ਦਾ ਪਰਿਵਾਰ ਵਿਛੜਿਆ। ਅੱਜ ਆਨੰਦਗੜ੍ਹ ਦਾ ਕਿਲ੍ਹਾ ਛੱਡਿਆ ਹੈ। ਜਰਾ ਸੁੱਖ ਨੂੰ ਉਸ ਪਾਸੇ ਲੈ ਕੇ ਚੱਲੀਏ। ਇਕਾਗਰਤਾ ਬਣਾ ਕਰਕੇ ਸੁੱਖ ਦਾ ਦਾਨ ਬਖਸ਼ ਕੇ ਮਾਤਾਵਾਂ ਨੂੰ ਬੇਨਤੀ। ਆਪਾਂ ਸਾਰੇ ਆਪਣੇ ਸੁੱਖ ਨੂੰ ਧਿਆਨ ਨੂੰ ਇਕੱਤਰ ਕਰਕੇ ਗੁਰੂ ਚਰਨਾਂ ਵਿੱਚ ਲੈ ਕੇ ਚੱਲੀਏ। ਆਓ ਸਾਰੇ ਕਲੀ ਦੀਆਂ ਕੁਝ ਪੰਕਤੀਆਂ ਉਚਾਰਨ ਕੀਤੀਆਂ। ਆਪਾਂ ਸਾਰੇ ਰਲ ਕੇ ਸੁੱਖ ਨੂੰ ਇਕੱਤਰ ਕਰਕੇ ਉਸ ਸਮੇਂ ਵੱਲ ਲੈ ਕੇ ਚੱਲੀਏ। ਕਿਸਾ ਸਮਾਂ ਹੋਵੇਗਾ। ਵਰਤਾ ਲੰਮੀਆਂ ਤੇ ਰਸਤਾ ਪਹਾੜਦਾ ਤੁਰੇ ਜਾਂਦੇ ਪੁਰਾਣੇ ਨਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ। ਉਸ ਵੇਲੇ ਦਾ ਸੁਣ ਲਓ ਹਾਲ ਜੀ। ਵਰਤਾ ਲੰਮੀਆਂ ਤੇ ਰਸਤਾ ਪਹਾੜਦਾ ਤੁਰੇ ਜਾਂਦੇ ਪੁਰਾਣੇ ਨਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ। ਉਸ ਵੇਲੇ ਦਾ ਸੁਣ ਲਓ ਹਾਲ ਜੀ। ਵਰਤਾ ਲੰਮੀਆਂ ਤੇ ਰਸਤਾ ਪਹਾੜਦਾ
ਨਾਸਤਰੋ ਮਨਸੂਰ ਗੁਰੂ ਗੋਬਿੰਦ ਸਿੰਘ ਨਾਸਤਰੋ ਮਨਸੂਰ ਗੁਰੂ ਗੋਬਿੰਦ ਸਿੰਘ ਜਮਨਾ ਗੁਰੂ ਗੋਬਿੰਦ ਸਿੰਘ ਜਮਨਾ ਗੁਰੂ ਗੋਬਿੰਦ ਸਿੰਘ ਆਏ ਗੁਰੂ ਗੋਬਿੰਦ ਸਿੰਘ ਰਾਸ਼ਟਰ ਸਰਕਾਰ ਗੁਰੂ ਗੋਬਿੰਦ ਸਿੰਘ ਭਾਈ ਨੰਦ ਲਾਲ ਜੀ ਹੋਇਆ ਆਪਣੇ ਰਸਨਾ ਚ ਕਹਿੰਦੇ ਨੇ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ ਫਾਇਜ਼ੁਲ ਅਨਵਾਰ ਗੁਰੂ ਗੋਬਿੰਦ ਸਿੰਘ ਕਾਸ਼ਿਫੁਲ ਅਸਰਾਰ ਗੁਰੂ ਗੋਬਿੰਦ ਸਿੰਘ ਹਕਰਾ ਰੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ ਹਕ ਹਕ ਅਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ, ਆਪਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਕਈ ਵਾਰ ਮੱਥਾ ਵੀ ਟੇਕਦੇ ਨਾ, ਆਪਣੇ ਲਾਗੇ ਗੁਰੂ ਘਰ ਹੁੰਦਾ ਹੈ, ਪਰ ਫਿਰ ਵੀ ਸਾਡੀ ਹਿੰਮਤ ਨਹੀਂ ਪੈਂਦੀ ਵੀ ਅਸੀਂ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਾਈਏ, ਨਮਸਕਾਰ ਕਰਾਈਏ। ਭਾਈ ਨੰਦ ਲਾਲ ਜੀ ਹੋਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਐਸੇ ਸਿੱਖ ਹੋਏ ਨੇ ਜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀ ਕਈ ਵਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਦੇਖਦੇ ਵੀ ਸੀ ਨਾ, ਪ੍ਰਸ਼ਾਦਾ ਨਹੀਂ ਛਕਦੇ ਹੁੰਦੇ ਸੀ। ਉਹ ਕਹਿੰਦੇ ਅੱਜ ਮੈਂ ਆਪਣੇ ਗੁਰੂ ਨੂੰ ਹੀ ਨਹੀਂ ਦੇਖਿਆ, ਚਿਹਰਾ ਦੇਖ ਕੇ ਪ੍ਰਸ਼ਾਦਾ ਖਾਂਦੇ ਸੀ। ਐਸੇ ਪਿਆਰ ਵਾਲੇ ਸਿੱਖ ਰਹੇ। ਉਹਨਾਂ ਨੇ ਕਿਹਾ ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜਿਨ੍ਹਾਂ को सेवा प्रवान करनी जी। ज्ञानी सज्जन मोहन सिंह जी पहुंच चुके हैं और सारे अज का आनंदगढ़ का किला छकन का जो इतिहास है श्रवण करिए जी। फतेह बुलाओ जी। वाहिगुरू जी का खालसा वाहिगुरू जी की फतेह। ओंकार सतनाम करता पुरख निर्भव निर्वैर अकाल मूरत अजूनी सैभं गुर प्रसाद। मरता मरता जग मुआ मर भी न जाने कोई, ऐसी मरनी जो मरै बहु न मरना होए।
ਗੁਰੂ ਜਨੋ ਸਾਧ ਸੰਗਤ ਜੀਓ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਦੀਵਾਨ, ਇਹ ਕਾਰਜ ਜੋ ਆਰੰਭ ਹੋਇਆ ਸੀ, ਉਹ ਇਸ ਮਕਸਦ ਨੂੰ ਲੈ ਕੇ ਆਰੰਭ ਹੋਇਆ ਸੀ ਕਿ ਅਸੀਂ ਜਿੰਨੇ ਕੁ ਜੋਗੇ ਹਾਂ, ਕਮ ਸੇ ਕਮ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ ਸਤਿਗੁਰਾਂ ਦੀ ਬਾਤ, ਸਤਿਗੁਰਾਂ ਦੀ ਗੱਲ ਕਰ ਸਕੀਏ, ਉਹ ਬਾਤ ਪਾ ਸਕੀਏ ਕਿ ਸਫ਼ਰੇ ਸ਼ਹਾਦਤ ਦਾ ਇਹ ਸਫ਼ਰ ਕਿਸ ਤਰ੍ਹਾਂ ਹੋਇਆ, ਕਿਵੇਂ ਹੋਇਆ, ਕਿਉਂ ਹੋਇਆ। ਇਹ ਜਿਹੜੇ ਸਵਾਲ ਨੇ ਸਾਡੇ ਮਨਾਂ ਦੇ ਵਿੱਚ, ਬਹੁਤ ਸਾਰੇ ਸਵਾਲ ਨੇ ਸਾਡੇ ਮਨਾਂ 'ਚ। ਕਿਉਂਕਿ ਅਸੀਂ ਸਵਾਲਾਂ ਜੋਗੀ ਰਹਿ ਗਏ, ਅਸੀਂ ਸਵਾਲਾਂ ਜੋਗੀ ਰਹਿ ਗਏ। ਮੈਨੂੰ ਅੱਜ ਕਿਸੇ ਨੇ ਪੁੱਛਿਆ ਇਹ ਗੱਲ ਕਿ ਜੀ ਗੁਰਸਿੱਖੀ ਕੀ ਹੈ। ਮੈਂ ਕਿਹਾ ਜੀ ਗੁਰਸਿੱਖ ਬਣ ਕੇ ਹੀ ਪਤਾ ਲੱਗੇਗਾ। ਗੁਰਸਿੱਖੀ ਕੀ ਹੈ ਬੜਾ ਲੰਬਾ ਚੌੜਾ ਵਿਸ਼ਾ ਹੈ, ਪਰ ਗੁਰਸਿੱਖ ਬਣ ਕੇ ਹੀ ਪਤਾ ਲੱਗੇਗਾ। ਕਹਿੰਦੇ ਜੀ ਕਿਵੇਂ? ਮੈਂ ਅੱਜ ਫੀਮ ਖਾਣ ਲੱਗ ਜਾਵਾਂ, ਅੱਜ ਮੈਨੂੰ ਪਤਾ ਲੱਗ ਜਾਏਗਾ ਕਿ ਕੌਣ ਕੌਣ ਖਾਂਦਾ ਹੈ ਤੇ ਕਿੱਥੋਂ ਕਿੱਥੋਂ ਮਿਲਦੀ ਹੈ। ਕਿਉਂਕਿ ਜਿਹੜੇ ਵਿਸ਼ੇ ਤੇ ਅਸੀਂ ਜਾਵਾਂਗੇ, ਜਿਹੜੇ ਵਿਸ਼ੇ ਤੇ ਤੁਰਾਂਗੇ, ਅਸੀਂ ਜਿਹੜੇ ਰਾਹ ਤੁਰਾਂਗੇ, ਸਾਨੂੰ ਉਹੀ ਰਾਹ ਹੀ ਮਿਲਣਗੇ ਜਿਸ ਰਾਹ ਤੇ ਅਸੀਂ ਚੱਲ ਰਹੇ ਹੁੰਦੇ ਹਾਂ। ਉੜਤੇ ਕੋ ਉੜਤਾ ਮਿਲਿਆ, ਮੂਏ ਕੋ ਮੂਆ। ਜੇ ਅਸੀਂ ਅੰਮ੍ਰਿਤਸਰ ਨੂੰ ਜਾਣਾ ਹੈ ਤਾਂ ਸਾਨੂੰ ਅੰਮ੍ਰਿਤਸਰ ਜਾਣ ਵਾਲੇ ਹੀ ਮਿਲਣਗੇ ਰਸਤੇ 'ਚ। ਤੇ ਜੇ ਦਿੱਲੀ ਦਾ ਰਾਹ ਪੁੱਛੀ ਜਾਵਾਂਗੇ ਨਾ ਆਪਣੇ ਜਾਣਾ ਅਸੀਂ ਅੰਮ੍ਰਿਤਸਰ ਨੂੰ, ਤਾਂ ਫਿਰ ਉਲਟੀ ਹੋਏਗਾ ਨਾ ਕੰਮ। ਉਹ ਅਵਸਥਾਵਾਂ ਕੁਝ ਸਾਡੀਆਂ ਬਣੀਆਂ ਹੋਈਆਂ। ਅਸੀਂ ਹਰ ਗੱਲ ਦੇ ਉੱਤੇ ਕਿੰਤੂ ਪਰੰਤੂ ਕਰਨਾ ਸਾਡੀ ਇੱਕ ਆਦਤ ਬਣ ਗਈ। ਕਿਉਂਕਿ ਅਸੀਂ ਆਪ ਅੰਦਰੋਂ ਖੋਖਲੇ, ਰੋਗੀ ਕੇ ਭਾਣਾ ਸਭ ਰੋਗੀ। ਕਿਉਂਕਿ ਅਸੀਂ ਆਪ ਰੋਗੀ ਹਾਂ। ਸਾਡੇ ਟੀਚਰ ਕਹਿੰਦੇ ਹੁੰਦੇ ਸੀ ਗੱਲ ਕਿ ਜਿਹੜਾ ਬੱਚਾ ਫੇਲ ਹੋ ਜਾਏ ਨਾ, ਉਹ ਫੇਲ ਬਣਾਉਂਦਾ ਜਾ ਕੇ ਆਪਣੀ ਮਾਂ ਕਿ ਮਾਂ ਵੀ ਉਹ ਫਲਾਣੇ ਦਾ ਮੁੰਡਾ ਕਿੰਨਾ ਪੜ੍ਹਦਾ ਸੀ, ਉਹ ਵੀ ਫੇਲ ਹੋ ਗਿਆ, ਉਹ ਕੁੜੀ ਕਿੰਨੀ ਪੜ੍ਹਦੀ ਸੀ, ਉਹ ਵੀ ਫੇਲ ਹੋ ਗਿਆ। ਤੇ ਜਦੋਂ ਮਾਂ ਉਹ ਪੁੱਛੇ ਕਿ ਤੂੰ ਕਹਿੰਦਾ ਮੈਂ ਕਿਹੜਾ ਪਾਸ ਹੋਣਾ ਸੀ, ਤੇ ਜਿਹੜਾ ਬੱਚਾ ਟੌਪਰ ਹੁੰਦਾ ਨਾ, ਉਹ ਟੌਪਰ ਹੀ ਗਣਾਏਗਾ ਵੀ ਉਹ ਬੱਚਾ ਮੇਰੇ ਕੋਲੋਂ 2 ਨੰਬਰ ਵੱਧ ਲੈ ਗਿਆ, 2 ਨੰਬਰ ਘੱਟ ਰਹਿ ਗਿਆ। ਇੱਕ ਛੋਟੀ ਜਿਹੀ ਗੱਲ ਹੈ, ਛੋਟੀ ਜਿਹੀ ਉਦਾਹਰਨ ਹੈ। ਸੋ ਬਹੁਤ ਸਾਰੇ ਸਵਾਲ ਜਿਹੜੇ ਸਾਡੇ ਨੇ, ਉਹਨਾਂ ਦਾ ਉੱਤਰ ਸਾਡੇ ਅੰਦਰ ਹੀ ਪਿਆ ਜੀ, ਬਾਹਰ ਕਿਤੇ ਨਹੀਂ ਹੈਗਾ। ਆਪਣੇ ਇਸ ਮਨ ਨੂੰ ਖੋਜ ਕੇ ਹੀ ਬਾਣੀ ਦੁਆਰਾ ਰਿੜਕ ਕੇ ਹੀ ਮੱਖਣ ਨਿਕਲਦਾ ਹੈ ਦੁੱਧ ਚੋਂ। ਬਾਣੀ 'ਚ ਮਹਾਰਾਜ ਸਮਝਾਉਂਦੇ ਨੇ, ਹਰ ਕਾ ਵਿਲੋਪ ਨਾ ਮਨ ਕਾ ਵਿਚਾਰਾ। ਮਨ ਦੀ ਵਿਚਾਰ ਕਰਕੇ ਹਰੀ ਦਾ ਵਿਲੋਪਣਾ ਹੈ, ਪਰ ਨਾਲ ਕੇ ਸਹਿਜ ਵਿਲੋਪ ਜੈਸੇ ਤੱਤ ਨਾ ਜਾਏ। ਸਾਡੇ ਅੰਦਰੋਂ ਸਹਿਜ ਖਤਮ ਹੋ ਗਿਆ, ਟਿਕਾਓ ਖਤਮ ਹੋ ਗਿਆ। ਅੱਜ ਦਾ ਦਿਨ 20 ਦਸੰਬਰ 1704 ਜਿਹੜਾ ਅੱਜ ਦਾ ਦਿਨ ਸੀ ਨਾ, ਮਹਾਰਾਜ ਦਾ ਦਸਮ ਪਾਤਸ਼ਾਹ ਦਾ ਜਦੋਂ ਕਿਲਾ ਛੱਡਣਾ ਸੀ, ਉਹ ਬੜਾ ਗੰਭੀਰਤਾ ਵਾਲਾ ਸੀ। ਇਤਿਹਾਸਕਾਰ ਲਿਖਦੇ ਇਸ ਗੱਲ ਨੂੰ ਕਿ ਉਸ ਦਿਨ ਸੱਚੇ ਪਾਤਸ਼ਾਹ ਬਹੁਤ ਗੰਭੀਰ ਤੇ ਜਿਹਦੇ ਵੱਲ ਵੇਖਦੇ ਬੜੇ ਗੌਰ ਨਾਲ ਵੇਖਦੇ ਕਿ ਕੀ ਪਤਾ ਨਦੀ ਨਾਮ ਸੰਜੋਗੀ ਮੇਲੇ ਮੁੜ ਕੇ ਮੇਲੇ ਹੋਣਗੇ ਜਾਂ ਨਹੀਂ ਹੋਣਗੇ। ਮਹਾਰਾਜ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਜਾਣ ਤੋਂ ਪਹਿਲਾਂ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਖੁਦ ਆਪ ਚੱਲ ਕੇ ਚਰਨ ਪਾਏ ਮਹਾਰਾਜ ਨੇ, ਤੇ ਅਖੀਰ ਨੂੰ ਜਾ ਕੇ ਆਪਣੇ ਪਿਤਾ ਜਿੱਥੇ ਸੀਸਗੰਜ ਗੁਰਦੁਆਰਾ ਹੈ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਾ ਸੰਸਕਾਰ ਹੋਇਆ ਸੀ, ਉੱਥੇ ਰੁਕੇ। ਉੱਥੇ ਖੜ ਕੇ ਮਹਾਰਾਜ ਨੇ ਖੁਦ ਅਰਦਾਸ ਕੀਤੀ, ਬੇਨਤੀ ਕੀਤੀ। ਅਰਦਾਸ ਕਰਨ ਤੋਂ ਬਾਅਦ ਮਹਾਰਾਜ ਨੇ ਉੱਚੀ ਆਵਾਜ਼ ਵਿੱਚ ਕਿਹਾ, ਇਹ ਹੈ ਕੋਈ ਗੁਰੂ ਕਾ ਸਿੱਖ ਜਿਹੜਾ ਇਸ ਸਥਾਨ ਦੀ ਸੇਵਾ ਸੰਭਾਲ ਕਰੇਗਾ। ਕਿਉਂਕਿ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ
ਨੂੰ ਤੋਰਨਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੀ, ਉਹ ਤੇ ਨਿਭ ਗਈ। ਤੇ ਨਾਲ ਮਾਈ ਨੇ ਕਿਹਾ ਕਿ ਸੱਚੇ ਪਾਤਸ਼ਾਹ ਜੀ ਹੁਣ ਸਾਡੀ ਵਾਰੀ ਹੈ, ਅਸੀਂ ਚੱਲੇ ਹਾਂ, ਅਸੀਂ ਉੱਜੜਨ ਲੱਗੇ ਹਾਂ ਤਾਂ ਕਿ ਮੇਰੇ ਸਿੱਖ, ਮੇਰੀ ਇਹ ਕੌਮ ਵਸ ਜਾਏ। ਮਹਾਰਾਜ ਨੇ ਕਿਹਾ ਅਸੀਂ ਉੱਜੜਨ ਲੱਗੇ ਹਾਂ ਤਾਂ ਕਿ ਮੇਰੀ ਕੌਮ ਵਸ ਜਾਏ। ਤੇ ਪ੍ਰਾਪਤ ਸਿੰਘ ਸਾਡੇ ਇਹੀ ਕਹਿੰਦੇ ਰਹੇ, ਮੈਂ ਉੱਜੜਾਂ ਤੇ ਪੰਥ ਵਸੇ। ਪਰ ਹੁਣ ਪਾਸਾ ਪਲਟ ਗਿਆ, ਹੁਣ ਸ਼ਰਕਸ਼ ਹੋ ਗਏ ਅਸੀਂ। ਹੁਣ ਤੇ ਕਹਿੰਦੇ ਪੰਥ ਉੱਜੜੇ ਤੇ ਮੈਂ ਵਸਾਂ। ਹੋ ਗਿਆ, ਅਸੀਂ ਗੁਰੂ ਕੇ ਸਿੱਖ ਕਿਵੇਂ ਹੋ ਸਕਦੇ ਹਾਂ? ਗੁਰੂ ਨੇ ਸਾਨੂੰ ਜਿਉਣਾ ਸਿਖਾਇਆ, ਜੀਵਨ ਦੀ ਜਾਂਚ ਦੱਸੀ ਕਿ ਕਿਸੇ ਵੀ ਦੁੱਖ ਵਿੱਚ, ਕਿਸੇ ਵੀ ਤਕਲੀਫ ਵਿੱਚ ਪ੍ਰਮਾਤਮਾ ਨਹੀਂ ਵਿਸਰਨਾ ਚਾਹੀਦਾ। ਬਲਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਾਨੂੰ ਪਹਿਲੇ ਸਮਝਾ ਦਿੱਤਾ ਸੀ, ਕੀਤਿਆਂ ਦੁੱਖ ਭੋਗ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ। ਮਹਾਰਾਜ ਜੀ, ਇਹ ਦੁੱਖ, ਇਹ ਭੁੱਖ, ਇਹ ਸੰਤਾਪ, ਇਹ ਵੀ ਸਾਨੂੰ ਤੇਰੀ ਦਾਤ ਮਿਲਦੀ ਹੈ, ਕਿਉਂਕਿ ਅਸੀਂ ਦੁੱਖ ਵਿੱਚ ਤੈਨੂੰ ਸਿਮਰਦੇ ਹਾਂ, ਅਸੀਂ ਦੁੱਖ ਵਿੱਚ ਤੈਨੂੰ ਚੇਤੇ ਕਰਦੇ ਹਾਂ। ਸੱਚੇ ਪਾਤਸ਼ਾਹ ਜੀ, ਇਹ ਤੁਹਾਡੀ ਦਾਤ ਹੈ, ਪਰ ਅਸੀਂ ਬੜੇ ਚਲਾਕ ਹਾਂ। ਅਸੀਂ ਆਪਣੇ ਘਰਾਂ ਤੇ, ਆਪਣੀਆਂ ਗੱਡੀਆਂ ਤੇ ਲਿਖਾ ਦਿੱਤਾ, ਇਹ ਵੀ ਦਾਤ ਤੇਰੀ ਦਾਤਾਰ। ਕੀਤਿਆਂ ਦੁੱਖ ਭੋਗ ਸਦਮਾਰ, ਕਿਉਂਕਿ ਸਾਨੂੰ ਚਾਹੀਦੀ। ਅਸੀਂ ਬਾਣੀ ਨੂੰ ਸੰਪੂਰਨ ਤੌਰ ਤੇ ਪੜ੍ਹਦੇ ਨੇ, ਪੂਰਾ ਸ਼ਬਦ ਨਹੀਂ ਪੜ੍ਹਦੇ। ਅਸੀਂ ਆਪਣੇ ਮਤਲਬ ਦੀ ਗੱਲ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਆਪਣੇ ਮਤਲਬ ਦੀ, ਜੋ ਸਾਡੇ ਮਤਲਬ ਦੀ ਹੁੰਦੀ ਹੈ ਉਹ ਨਹੀਂ। ਸਿੱਖ ਕਿਹਨੂੰ ਕਿਹਾ ਗਿਆ ਹੈ? ਸਿੱਖ ਕੌਣ ਹੁੰਦਾ ਹੈ? ਬਾਣੀ ਸਾਨੂੰ ਦੱਸਦੀ ਹੈ, ਕਿਉਂਕਿ ਜੇ ਬਾਣੀ ਪੜਾਂਗੇ, ਵਿਚਾਰਾਂਗੇ ਤਾਂ ਹੀ ਸਮਝ ਆਏਗਾ ਕਿ ਕੌਣ ਸਿੱਖ ਹੈ। ਚੌਥੇ ਪਾਤਸ਼ਾਹ ਪੁੱਛੀਏ, ਗੁਰੂ ਸਤਿਗੁਰੂ ਕਾਜੋ ਸਿੱਖ ਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਦੇਖੋ, ਧਿਆਨ ਕਰੋ ਆਪਣੇ ਅੰਦਰ ਕੀ ਅਸੀਂ ਸਵੇਰੇ ਉੱਠ ਕੇ ਨਾਮ ਧਿਆਉਂਦੇ ਹਾਂ ਜੀ, ਕੀ ਉਹਨੂੰ ਸਿਮਰਦੇ ਹਾਂ, ਕੀ ਬਾਣੀ ਨੂੰ ਪੜ੍ਹ ਕੇ ਵਿਚਾਰਦੇ ਹਾਂ? ਨਹੀਂ, ਅਸੀਂ ਆਉਂਦੇ ਹਾਂ ਬਤੇ ਚੱਟੀ ਭਰੇ, ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕਿਆ, ਉੱਥੋਂ ਦੀ ਗੇੜਾ ਕੱਢਿਆ, ਮੈਂ ਉਹਨੂੰ ਗੇੜਾ ਕਹਿਣਾ ਹੁੰਦਾ, ਮੱਥਾ ਟੇਕ ਕੇ ਦੇਵ ਲੈ ਕੇ ਚਲੇ ਜਾਂਦੇ। ਇਸੇ ਨੂੰ ਕਹਿੰਦੇ ਹਾਂ ਕਿ ਅਸੀਂ ਦਰਸ਼ਨ ਕਰ ਆਏ ਹਾਂ। ਮਹਾਰਾਜ ਨੇ ਕਿਹਾ ਨਹੀਂ ਭਾਈ, ਡਿੱਠਾ ਮੁਕਤ ਨਾ ਹੋਊਗੀ ਜਿਚਰ ਸ਼ਬਦ ਨਾ ਕਰੇ ਵਿਚਾਰ। ਵੇਖਣ ਨਾਲ ਮੁਕਤੀ ਨਹੀਂ ਹੋਣੀ। ਜੇ ਵੇਖਣ ਨਾਲ ਹੀ ਮੁਕਤੀ ਹੋਣੀ ਹੁੰਦੀ ਤਾਂ ਬੜਿਆਂ ਮੁਗਲਾਂ ਨੇ ਉਸ ਟਾਈਮ ਗੁਰੂ ਸਾਹਿਬ ਦਰਸ਼ਨ ਕੀਤੇ। ਇੱਕ ਛੋਟੀ ਜਿਹੀ ਉਦਾਹਰਨ ਮੈਂ ਦੇ ਦਿਆਂ। ਮਹਾਰਾਜ ਸੱਜਣ ਠੱਗ ਦੇ ਕੋਲ ਗਏ ਗੁਰੂ ਨਾਨਕ ਪਾਤਸ਼ਾਹ, ਜਦੋਂ ਬਹੁਤ ਕੁਝ ਸੁਣਿਆ ਗਿਆ ਉਹਦੇ ਬਾਰੇ, ਮਹਾਰਾਜ ਖੁਦ ਆਪ ਚੱਲ ਕੇ ਗਏ। ਨੂਰਾਨੀ ਚਿਹਰਾ, ਦਗਦਗ ਕਰਦਾ ਚਿਹਰਾ, ਨਾਲ ਉਦਾਸੀ ਹੈ। ਉਹਨੇ ਕੱਪੜਿਆਂ ਦੀ ਪੰਡ ਚੁੱਕੀ ਹੋਈ ਹੈ, ਬਾਹਰ ਦਸ਼ਾਲੇ ਨਜ਼ਰ ਆ ਰਹੇ। ਹੁਣ ਸੱਜਣ ਨੇ ਸੋਚਿਆ ਕਿ ਇਹ ਕੋਈ ਬਹੁਤ ਵੱਡਾ ਧਨਾਢ ਪੁਰਸ਼ ਮੇਰੇ ਕੋਲ ਆਇਆ ਤੇ ਚੰਗੀ ਸੇਵਾ ਕਰਕੇ ਹੀ ਮੈਂ ਇਹਨੂੰ ਮਾਰ ਸਕਦਾ, ਇਹਦਾ ਸਾਰਾ ਧਨ ਲੁੱਟ ਸਕਦਾ। माने कहते अपराधी गुना ने जो ममता मिलाए शीश नवाए क्या किया जब तक सुते जाए। उन्हें गर्म पानी करके गुरु नानक पातशाह दे मर्दाना जी दे चरण धोए। बड़िया मिठिया गल्लां करता है, बड़े मिठे बोल बोलता है। ते मर्दाना जी ने गुरु नानक पातशाह नूं कहा, बाबा ਇਹਦਾ ਨਾਮ ਹੀ ਸੱਜਣਾ ਤੇ ਹੈ ਵੀ ਮੈਨੂੰ ਸੱਜਣ ਹੀ ਲੱਗਦਾ ਹੈ, ਬੜਾ ਮਿੱਠਾ ਹੈ, ਬੜਾ ਭਲਾ ਪੁਰਸ਼ ਹੈ। ਤੇ ਮਹਾਰਾਜ ਮੁਸਕਰਾ ਰਹੇ, ਬਾਬਾ ਤੁਸੀਂ ਹੱਸਦੇ ਕਿਉਂ? ਕਹਿੰਦੇ ਵੀ ਉਹ ਥੋੜੇ ਸਮੇਂ ਬਾਅਦ ਪ੍ਰਸ਼ਾਦਾ ਲੈ ਕੇ ਆਇਆ, ਖੀਰ ਹੈ, ਪੂੜੀਆਂ ਨੇ ਲਿਆ ਕੇ ਰੱਖੇ ਹੋਏ ਕਿ ਛਕੋ ਜੀ। ਤੇ ਮਹਾਰਾਜ ਨੇ ਕਿਹਾ ਕਿ ਸਾਨੂੰ ਅਜੇ ਭੁੱਖ ਨਹੀਂ, ਤੁਸੀਂ ਰੱਖ ਦਿਓ, ਸਾਨੂੰ ਭੁੱਖ ਲੱਗੇ ਕਿ ਅਸੀਂ ਖਾ ਲਵਾਂਗੇ, ਤੁਸੀਂ ਜਾਓ। ਹੁਣ ਸਾਡਾ ਸਮਾਂ ਉਸ ਮਾਲਕ ਨਾਲ ਜੁੜ ਹੁੰਦਾ ਹੈ, ਉਹ ਬਾਹਰ ਭੇਜਿਆ। ਮਰਦਾਨਾ ਜੀ ਆਖਦੇ ਨੇ, ਬਾਬਾ ਭੁੱਖ ਨਾਲ ਜਾਨ ਨਿਕਲਦੀ ਪਈ ਹੈ
ਪ੍ਰਸ਼ਾਦਾ ਵੇਖੋ ਤੇ ਸਹੀ ਵਿੱਚ ਖੀਰ ਹੈ, ਪੂਰੀਆਂ ਨੇ। ਦੇਖੋ ਦਰਸ਼ਨ ਤਾਂ ਉਹਨੇ ਕੀਤੇ ਹਨ, ਗੁਰੂ ਨਾਨਕ ਪਾਤਸ਼ਾਹ ਦੇਹ ਦੇ ਦਰਸ਼ਨ ਤੇ ਕਰ ਲਏ ਉਹਨੇ। ਜੇ ਦੇਹ ਦੇ ਦਰਸ਼ਨ ਕੀਤੇ ਹੀ ਗੱਲ ਬਣਦੀ ਹੁੰਦੀ ਫਿਰ ਤੇ ਕੋਈ ਕਰਤੂਤ ਨਾ ਕਰਦਾ। ਭਾਈ ਮਰਦਾਨਾ ਨੂੰ ਕਿਹਾ ਕਿ ਇਹ ਕੌਲੀ ਹੈ, ਇਹਨੂੰ ਉਹ ਕੁੱਤਾ ਤੁਰੇ ਫਿਰਦਾ ਨੂੰ ਪਾ ਕੇ ਆਓ। ਜਦੋਂ ਕੁੱਤੇ ਨੂੰ ਖੀਰ ਪਾਈ ਤੇ 5 ਮਿੰਟ 'ਚ ਕੁੱਤਾ ਪੜਾਈ ਕਰ ਗਿਆ। ਬਾਬਾ ਬਚਾ ਲਿਆ ਤੂੰ, ਅਜੇ ਤੇ ਮਰ ਗਏ ਸੀ ਉਸ ਤਰ੍ਹਾਂ ਹੀ। ਉਦੋਂ ਫਿਰ ਮਹਾਰਾਜ ਨੇ ਆਖਿਆ ਕਿ ਮਰਦਾਨਿਆਂ ਬਾਣੀ ਆਈ ਹੈ, ਰਬਾਬ ਹੈ। ਉੱਥੇ ਉਚਾਰਨ ਕੀਤਾ ਮਹਾਰਾਜ ਨੇ, ਉੱਚ ਲੱਗੇ ਹੱਥ ਕਣਾ ਕੋਟੋਂ ਕਾਲੀ ਮਾਸ। ਕਹਿਣ ਦਾ ਭਾਂਡਾ ਬੜਾ ਉਜਲ ਹੈ, ਬੜਾ ਚਮਕਦਾ ਹੈ, ਪਰ ਜਦੋਂ ਘਸਾਈਏ ਤੇ ਕਾਲ ਛੱਡ ਜਾਂਦਾ ਹੈ। ਸਾਡੇ ਜੀਵਨ ਵੀ ਕੁਛ ਇਸ ਤਰ੍ਹਾਂ ਹੀ। ਬਾਹਰੋਂ ਤੇ ਬੜੀ ਲਿਸ਼ਕ ਪੁਸ਼ਕ ਹੈ, ਬਾਹਰੋਂ ਤੇ ਬੜੇ ਉਜਲ ਲੱਗਦੇ ਆ, ਪਰ ਜਦੋਂ ਮਿਲਦੇ ਆ, ਜਦੋਂ ਬੋਲਦੇ ਆ, ਜਦੋਂ ਵਰਤਦੇ ਆ ਤੇ ਕਲਕ ਛੱਡਦੇ ਆ। ਜਦੋਂ ਇਹ ਸਾਰਾ ਸ਼ਬਦ ਉਚਾਰਨ ਹੋਇਆ, ਹੁਣ ਬਾਹਰ ਸੁਣ ਕੌਣ ਰਿਹਾ ਸੱਜਣ? ਜਿੱਥੇ ਗਾ ਰਹੇ ਹੋਣ ਗੁਰੂ ਨਾਨਕ ਪਾਤਸ਼ਾਹ ਖੁਦ ਆਪ ਆਲਾਪ ਕਰਕੇ ਤੇ ਚੰਗੇ ਚੰਗੇ ਪਿਘਲ ਜਾਂਦੇ ਆ ਕੇ ਗੁਰੂ ਨਾਨਕ ਪਾਤਸ਼ਾਹ ਦੀ ਚਰਨੀ ਪਿਆ ਕਿ ਮਹਾਰਾਜ ਜੀ ਜੋ ਤੁਸੀਂ ਸ਼ਬਦ ਉਚਾਰਨ ਕੀਤਾ ਹੈ, ਮੈਨੂੰ ਇੰਝ ਲੱਗਿਆ ਕਿ ਇਹ ਸਾਰੀਆਂ ਕਰਤੂਤਾਂ ਮੇਰੀਆਂ। ਕਿਉਂਕਿ ਬਹੁਤ ਸਾਰੇ ਸ਼ਬਦ ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ, ਬਾਣੀ 'ਚ ਵਿਚਾਰ ਕਰਦੇ ਹਾਂ, ਤਾਂ ਸਾਨੂੰ ਵੀ ਲੱਗਦਾ ਹੁੰਦਾ ਵੀ ਇਹ ਇੰਝ ਲੱਗਦਾ ਹੈ ਬਾਬੇ ਨੇ ਸਾਡੇ ਵਾਸਤੇ ਲਿਖਿਆ। ਤੇ ਮੈਂ ਉਹ ਸੱਜਣ ਨੂੰ, ਸ਼ੇਖ ਨੂੰ ਨਮਸਕਾਰ ਕਰਦਾ ਜਿਹਨੇ ਇੱਕ ਵਾਰ ਸੁਣਿਆ ਤੇ ਜ਼ਿੰਦਗੀ ਪਲਟ ਗਈ। ਅਸੀਂ ਇਸ ਸ਼ਬਦ ਨੂੰ ਪਤਾ ਨਹੀਂ ਕਿੰਨੀ ਵਾਰ ਸੁਣਿਆ, ਤੇ ਠੱਗ ਤੇ ਅਸੀਂ ਹੋਏ। ਇਸ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਉਸ ਟਾਈਮ ਦੇ ਸਿੱਖਾਂ ਨੂੰ ਸਮਝਾਇਆ ਕਿ ਇਹ ਜਿਹੜੇ ਤੁਹਾਡੇ ਕੋਲੇ ਆ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ, ਇਹ ਜਿਹੜੇ ਆਟੇ ਦੀਆਂ ਸਹੁੰ ਖਾਂਦੇ ਨੇ, ਇਹ ਜਿਹੜੇ ਕੁਰਾਨ ਦੀ ਸਹੁੰ ਖਾਂਦੇ ਨੇ, ਇਹ ਕੁਰਾਨ ਜੀ ਨੇ ਨਹੀਂ ਕਿਹਾ ਇਹਨਾਂ ਨੂੰ, ਇਹ ਆਪਣੇ ਵਿਚਾਰ ਲੈ ਕੇ ਕਰਦੇ ਨੇ। ਕੋਈ ਚਿੱਠੀ ਨਹੀਂ ਆਈ ਉੱਤੋਂ, ਇਹ ਆਪਣੇ ਵਿਚਾਰ ਲੈ ਕੇ ਕਰਦੇ ਨੇ। ਇਹਨਾਂ ਦੇ ਇਤਬਾਰ ਨਹੀਂ ਕਰਨਾ। ਇਹਦੇ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬੜੇ ਪਿਆਰ ਨਾਲ ਸਮਝਾਈ ਹੋਈ ਹੈ ਕਿ ਜਿਹੜਾ ਬੰਦਾ ਸਹੁੰ ਖਾਂਦਾ ਹੈ ਉਹ ਬਜ਼ਾਰੂ ਹੁੰਦਾ ਹੈ, ਉਹਦੇ ਤੇ ਇਤਬਾਰ ਨਹੀਂ ਕਰਨਾ। ਅਸੀਂ ਕਰਦੇ ਹਾਂ ਤੇ ਮਰ ਰਹੇ ਹਾਂ। ਅੱਜ ਵੀ ਹੋ ਰਿਹਾ, ਅੱਜ ਵੀ ਇੰਝ ਹੋ ਰਿਹਾ। ਅਸੀਂ ਗੁਰੂ ਦੀ ਗੱਲ ਨੂੰ ਮੰਨਿਆ ਨਹੀਂ। ਜਪਜੀ ਸਾਹਿਬ ਪੜ੍ਹਦੇ ਹਾਂ ਹਰ ਰੋਜ਼, ਮੰਨੇ ਦੀਆਂ 4 ਪੌੜੀਆਂ ਪੜ੍ਹਦੇ ਹਾਂ ਹਰ ਰੋਜ਼, ਤੇ ਸੁਣਿਆ ਨਹੀਂ ਪੜ੍ਹਦੇ ਹਾਂ ਨਾਲ। ਨਾ ਅਸੀਂ ਸੁਣਿਆ, ਨਾ ਅਸੀਂ ਮੰਨਿਆ। ਸਾਡੇ ਦੁੱਖਾਂ ਦਾ ਕਾਰਨ ਹੀ ਇਹੀ ਹੈ, ਹੋਰ ਕੋਈ ਨਹੀਂ ਹੈ। ਜਿਸ ਦਿਨ ਸੁਣਿਆ, ਜਿਸ ਦਿਨ ਮੰਨ ਲਿਆ, ਤੇ ਮਾਰੇ ਸਤਿ ਹੁੰਦੇ ਮਾਰਾ ਸੁਣਿਆ, ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਰਨਾ, ਸਭ ਗੁਣ ਤੇਰੇ ਮੈਂ ਨਾਹੀ ਹੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਉਹ ਗੁਣਾਂ ਦਾ ਧਾਰਨੀ ਹੋਣਾ ਪਏਗਾ, ਗੁਣ ਧਾਰਨ ਕਰਨੇ ਪੈਣਗੇ, ਵਿਚਾਰ ਕਰਨੀ ਪਏਗੀ, ਤਾਂ ਅਸੀਂ ਹੋਣਾ ਪਏਗਾ। ਜਦੋਂ ਆਪਾਂ ਇਸ ਵਰਤਾਰੇ ਨੂੰ ਵੇਖਿਆ, ਇਤਿਹਾਸ ਨੂੰ ਪੜ੍ਹਿਆ, ਇਤਿਹਾਸ ਨੂੰ ਵਾਚਿਆ, ਬਹੁਤ ਸਾਰੇ ਸਿੰਘਾਂ ਦੀਆਂ ਸ਼ਕਲਾਂ, ਬਹੁਤ ਸਾਰੇ ਸਿੰਘਾਂ ਦੇ ਚਿਹਰੇ, ਬਹੁਤ ਸਾਰੇ ਸਿੰਘਾਂ ਦੀ ਬੋਲਬਾਣੀ ਗੁਰੂ ਗੋਬਿੰਦ ਸਿੰਘ ਵਰਗੀ ਸੀ, ਜਿੱਥੋਂ ਲੋਕ ਭੁਲੇਖੇ ਖਾਂਦੇ ਨੇ। ਜਦੋਂ ਭਾਈ ਉਦੇ ਸਿੰਘ ਸ਼ਹੀਦ ਹੋਏ, ਉਦੋਂ ਵੀ ਛਾਲਾਂ ਵੱਜ ਗਈਆਂ ਸਨ ਕਿ ਗੁਰੂ ਅਸੀਂ ਸ਼ਹੀਦ ਕਰ ਦਿੱਤਾ ਹੈ। ਤੇ ਜਦੋਂ ਲਾਈਟ 'ਚ ਲਾ ਕੇ ਵੇਖਿਆ ਗਿਆ, ਫਿਰ ਕਿਹਾ ਨਹੀਂ ਜੀ ਇਹ ਤੇ ਹੋ ਗਿਆ। ਕਿਉਂ? ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰਮ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਸਾਨੂੰ ਤੇ ਜਿਹੜੀਆਂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ, ਸਾਡੀਆਂ ਝੋਲੀਆਂ ਪਾਟੀਆਂ ਪਈਆਂ। ਬਹੁਤ ਕੁਝ ਦਿੱਤਾ ਮਹਾਰਾਜ ਨੇ ਸਾਨੂੰ, ਸਾਨੂੰ ਇੰਨਾ ਕੁਝ ਦਿੱਤਾ ਕਿ ਅਸੀਂ ਸੰਭਾਲ ਨਹੀਂ ਸਕੇ। ਕਸੂਰ ਸਾਡੇ ਸਤਿਗੁਰੂ ਵੱਲੋਂ ਕੋਈ ਘਾਟ ਨਹੀਂ। ਮਨ ਕਿਉਂ ਪੈਰਾ ਕੇ ਕਰੇ
ਵਿਚਾਰ ਇਸ ਵਿਚਾਰ ਤੇ ਆਈਏ ਕਿ ਅੱਜ ਦਾ ਦਿਨ ਪੂਰਾ ਇਸ ਤਰ੍ਹਾਂ ਕਰਨ ਨਾਲ ਲੰਗਰ ਪ੍ਰਸ਼ਾਦਾ ਜੋ ਵੀ ਬਚਿਆ ਸੀ ਛਕਿਆ। ਕੱਲੇ ਕੱਲੇ ਸਿੰਘ ਕੋਲ ਗੁਰੂ ਪਾਤਸ਼ਾਹ ਆਪ ਚੱਲ ਕੇ ਗਏ, ਮਿਲੇ, ਧੀਰਜ ਦਿੱਤਾ ਕਿ ਗੁਰੂ ਅੰਗ ਸੰਗ ਹੈ। ਅਸੀਂ ਕਿਸੇ ਨੂੰ ਡਰ ਕੇ ਜਾਂ ਬਹਿਕਾਵੇ ਵਿੱਚ ਆ ਕੇ ਇਹ ਕਿਲਾ ਨਹੀਂ ਛੱਡ ਰਹੇ, ਕਿਉਂਕਿ ਹੁਕਮ ਹੈ। ਇਸ ਹੁਕਮ ਨੂੰ ਜਿਨ੍ਹਾਂ ਨੇ ਬੁੱਝ ਲਿਆ ਉਹ ਸਮਝ ਗਏ, ਉਹ ਜਾਣ ਗਏ। ਤੇ ਸਾਡੇ ਵਾਲੇ ਅਜੇ ਤੱਕ ਵੀ ਕਿੰਤੂਆਂ ਪਰੰਤੂਆਂ ਚ ਪਏ ਹੋਏ। ਕਿੰਤੂ ਪਰੰਤੂ ਕੋਈ ਨਹੀਂ, ਉੱਥੇ ਕਿੰਤੂ ਪਰੰਤੂ ਦੀ ਗੱਲ ਹੀ ਕੋਈ ਨਹੀਂ। ਉੱਥੇ ਕਿੰਤੂ ਪਰੰਤੂ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਗੱਲਾਂ ਹੀ ਜੋਗ ਨਾ ਹੋਈ, ਗੱਲਾਂ ਨਾਲ ਜੋਗ ਨਹੀਂ ਹੋਇਆ ਜਾ ਸਕਦਾ। ਜੇ ਕਹੀਏ ਕਿ ਫੜਾ ਮਾਰਨ ਨਾਲ, ਆਪਣੀ ਵਿਦਵਤਾ ਦੱਸਣ ਨਾਲ, ਆਪਣਾ ਜੋਰ ਦੱਸਣ ਨਾਲ ਗੁਰੂ ਦੇ ਅਸੀਂ ਸੰਪੂਰਨ ਹੋ ਜਾਵਾਂਗੇ, ਨਹੀਂ ਹੋ ਸਕਦੇ। ਭਾਈ ਡੱਲਾ ਗੁਰੂ ਪਾਤਸ਼ਾਹ ਨੂੰ ਕਹਿੰਦਾ ਰਿਹਾ ਇਹ ਬਾਰ-ਬਾਰ, ਜੇ ਅਸੀਂ ਹੁੰਦੇ ਜੀ ਉੱਥੇ ਅਸੀਂ ਇੰਝ ਕਰ ਦਿੰਦੇ ਤੇ ਅਸੀਂ ਆਹ ਕਰ ਦਿੰਦੇ। ਉਹਦੀਆਂ ਗੱਲਾਂ ਸੁਣ ਕੇ ਮਹਾਰਾਜ ਮੁਸਕਰਾ ਪੈਂਦੇ। ਹੁਣ ਕਈ ਦਿਨ ਉਹ ਗੱਲਾਂ ਕਰਦਾ ਰਿਹਾ ਕਿ ਮੇਰੇ ਜਵਾਨ ਐਡੇ ਐਡੇ ਉੱਥੇ ਇੰਝ ਕਰ ਦਿੰਦੇ ਤੇ ਅਸੀਂ ਆਹ ਕਰ ਦਿੰਦੇ। ਇੱਕ ਦਿਨ ਕੋਈ ਬੰਦੂਕ ਲੈ ਕੇ ਆਇਆ, ਆਪਾਂ ਜਾਣਦੇ ਹਾਂ ਜਦੋਂ ਤਲਵੰਡੀ ਸਾਬੋ ਉਹ ਬੰਦੂਕ ਉੱਥੇ ਪਈ ਹੈ। ਕੋਈ ਮਿਸਤਰੀ ਸਿੰਘ ਬੰਦੂਕ ਬਣਾ ਕੇ ਲਿਆਇਆ, ਬੜੀਆਂ ਸਿਫਤਾਂ ਕੀਤੀਆਂ ਉਸਨੇ ਕਿ ਮਹਾਰਾਜ ਜੀ ਇਹ ਬੰਦੂਕ ਦਾ ਨਿਸ਼ਾਨਾ ਬਹੁਤ ਦੂਰ ਤੱਕ ਜਾਂਦਾ ਤੇ ਬੜਾ ਪੱਕਾ ਹੈ। ਗੁਰੂ ਪਰਖਦਾ ਵੀ ਹੈ, ਗੁਰੂ ਪਰਖਦਾ ਵੀ ਹੈ, ਇਮਤਿਹਾਨ ਵੀ ਲੈਂਦਾ ਹੈ। ਤੇ ਭਾਈ ਡੱਲਾ ਕੋਲੇ ਬੈਠੇ ਸਨ। ਭਾਈ ਡੱਲੇ ਨੂੰ ਕਿਹਾ ਮਹਾਰਾਜ ਨੇ ਕਿ ਭਾਈ ਡੱਲਾ ਫਿਰ ਲਿਆ, ਤੇਰਾ ਕੋਈ ਬੰਦਾ ਵੇਖੀ ਭਲਾ ਬੰਦਾ ਮਾਰਦੀ ਜੇ ਕਿ ਨਹੀਂ। ਉਹ ਕਹਿੰਦੇ ਉੱਠ ਕੇ ਗਿਆ, ਆਪਣੇ ਬੰਦਿਆਂ ਨੂੰ ਪੁੱਛਿਆ ਜਾ ਕੇ ਸੈਨਿਕਾਂ ਨੂੰ ਕਿ ਗੁਰੂ ਸਾਹਿਬ ਦਾ ਹੁਕਮ ਆਇਆ ਹੈ ਵੀ ਬੰਦਾ ਪਰਖਣਾ ਹੈ, ਇਹ ਬੰਦੂਕ ਪਰਖਣੀ ਹੈ, ਭਲਾ ਬੰਦਾ ਮਾਰਦੀ ਹੈ ਕਿ ਨਹੀਂ ਮਾਰਦੀ। ਉਹ ਕਹਿੰਦੇ ਕਿ ਇੰਝ ਤਾਂ ਨਹੀਂ ਹੋ ਸਕਦਾ, ਇੰਝ ਨਹੀਂ ਹੋ ਸਕਦਾ। ਮੈਦਾਨੇ ਜੰਗ ਵਿੱਚ ਲੱਗੇ ਗੋਲੀ, ਸਾਹਮਣੇ ਖਲੋ ਕੇ ਗੋਲੀ ਥੋੜੀ ਖਾਧੀ ਜਾਂਦੀ, ਸਾਹਮਣੇ ਖਲੋ ਕੇ ਗੋਲੀ ਨਹੀਂ ਖਾਧੀ ਜਾ ਸਕਦੀ। ਆ ਗਿਆ ਵਾਪਸ। ਤੇ ਮਹਾਰਾਜ ਨੇ ਡੱਲੇ ਨੂੰ ਕਿਹਾ, ਕਿਉਂਕਿ ਅਸੀਂ ਤਾਂ ਬੜੀਆਂ ਫੜਾ ਮਾਰਦੇ ਹਾਂ ਨਾ ਚੰਗੀਆਂ, ਇੰਝ ਕੀਤਾ ਤੇ ਅਸੀਂ ਆਹ ਕੀਤਾ, ਅਸੀਂ ਇੰਝ ਕਰ ਦਿੰਦੇ, ਅਸੀਂ ਆਹ ਕਰ ਦਿੰਦੇ। ਨਹੀਂ, ਜੋ ਗੁਰੂ ਕਰਾਏ ਉਹ ਹੀ ਭਲਾ ਹੈ। ਫਿਰ ਡੱਲਿਆ ਤੂੰ ਖਲੋ ਜਾ। ਭਾਈ ਡੱਲਾ ਕਹਿੰਦੇ ਜੀ ਫਿਰ ਇੰਝ ਤੇ ਚੰਗਾ ਜੇ ਨਹੀਂ ਲੱਗਦਾ, ਫਿਰ ਇੰਝ ਤੇ ਔਖਾ ਲੱਗਦਾ ਕੰਮ, ਇੰਝ ਨਹੀਂ ਹੋ ਸਕਦਾ, ਟਲ ਗਿਆ। ਵੇਖੋ ਮਹਾਰਾਜ ਨੇ ਪਿੱਛੇ ਕਿਹਾ ਕਿ ਹੈ ਕੋਈ ਗੁਰੂ ਕਾ ਸਿੱਖ, ਦੋਵੇਂ ਪਿਓ ਪੁੱਤਰ ਵੀਰ ਸਿੰਘ ਤੇ ਧੀਰ ਸਿੰਘ, ਪਿਓ ਪੁੱਤਰ ਨੇ ਪੱਗ ਬੰਨ੍ਹਦੇ ਆ ਰਹੇ, ਲੜ ਰਹੇ ਆ ਕਿ ਮੈਂ ਮੂਹਰੇ ਖਲੋਣਾ, ਪੁੱਤਰ ਕਹਿੰਦਾ ਮੈਂ ਖਲੋਣਾ। ਡੱਲਾ ਹੈਰਾਨ ਹੈ ਇਸ ਗੱਲ ਦੇ ਉੱਤੇ ਕਿ ਇਹ ਗੁਰੂ ਕੇ ਸਿੱਖ ਬਿਨਾਂ ਕਿਸੇ ਕਾਰਨ ਤੋਂ ਗੁਰੂ ਦੇ ਹੁਕਮ ਦੇ ਉੱਤੇ ਮਰਨ ਨੂੰ ਤਿਆਰ ਨੇ। ਹੱਦ ਹੋ ਗਈ। ਉਹ ਕਹਿੰਦਾ ਮੈਂ ਮਰਨਾ, ਉਹ ਕਹਿੰਦਾ ਮੈਂ ਮਰਨਾ। ਮਹਾਰਾਜ ਨੇ ਗੋਡੀ ਲਾਈ ਤੇ ਦੋਵਾਂ ਨੂੰ ਕਿਹਾ ਦੋਵੇਂ ਖਲੋ ਜਾਓ। ਤੇ ਫਾਇਰ ਜਿਹੜਾ ਸੀ ਉਹਨਾਂ ਦੇ ਫਰੜੇ ਨੂੰ ਸੁਣਦਾ ਉੱਪਰੋਂ ਮੰਗਾ ਦਿੱਤਾ। ਉੱਥੇ ਮਹਾਰਾਜ ਨੇ ਬੰਦੂਕ ਥੱਲੇ ਰੱਖ ਕੇ ਤੇ ਦੋਵਾਂ ਨੂੰ ਭੱਜ ਕੇ ਜਾ ਕੇ ਬੱਕੜੀ ਪਾਈ। ਤੇ ਡੱਲੇ ਨੂੰ ਆ ਕੇ ਡੱਲਿਆ। ਇਹ ਯੁੱਧ ਨੇ ਨਾ ਜਿਹੜੇ, ਇਹ ਅਕੀਦੇ ਨਾਲ ਲੜੇ ਜਾਂਦੇ ਨੇ, ਸਰੀਰਾਂ ਨਾਲ ਨੇ। ਇਹ ਸਰੀਰਾਂ ਨਾਲ ਯੁੱਧ ਨਹੀਂ ਲੜੇ ਜਾਂਦੇ, ਚਾਹੇ ਯੁੱਧ ਉਹ ਅੰਦਰ ਦਾ ਚਾਹੇ ਬਾਹਰ ਦਾ। ਚਾਹੇ ਅੰਦਰ ਹੈ ਸਾਡੇ ਯੁੱਧ ਯੁੱਧ ਅੰਦਰ ਵੀ ਚੱਲਦਾ ਰਹਿੰਦਾ। ਸਾਡੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਉਮੈ, ਸ਼ਨਾਵਾਂ, ਇਹਨਾਂ ਨਾਲ ਯੁੱਧ ਵੀ ਅਕੀਦੇ ਨਾਲ ਲੜਿਆ ਜਾਏ, ਗੁਰੂ ਦੇ ਹੁਕਮ ਨਾਲ। ਗੁਰੂ ਕਰੇ, ਕਿਰਪਾ ਕਰੇ, ਬਖਸ਼ਿਸ਼ ਕਰੇ ਤਾਂ। ਇਹ ਗੱਲਾਂ ਸਮਝਾਉਂਦਿਆਂ ਮਹਾਰਾਜ ਨੇ ਸਿੱਖਾਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਜਾਣਾ ਹੈ, ਕਿਵੇਂ ਜਾਣਾ ਹੈ, ਕਦੋਂ ਜਾਣਾ ਹੈ। ਅੱਲਾ ਯਾਰ ਖਾਨ ਨੂੰ ਜਦੋਂ ਯਾਦ ਕਰਦੇ हैं, उसने अजे को मुसलमान से ਉਹਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਰੇ ਜੋ ਕਿਤਾਬ ਲਿਖੀ ਅੱਲਾ ਯਾਰ ਖਾਨ ਨੇ, ਤਾਂ ਦੁਨੀਆ ਦੇ ਲੋਕ ਕੰਡੇ ਖੜੇ ਹੋ ਗਏ। ਇੰਨਾ ਪ੍ਰੇਮ, ਇੰਨਾ ਪਿਆਰ। ਉਹਦੀ ਲਾਹੌਰ ਜਾ ਕੇ ਮੌਤ ਹੋਈ ਅੱਲਾ ਯਾਰ ਖਾਨ ਦੀ। ਉਹਨਾਂ ਨੂੰ ਇਸਲਾਮ ਧਰਮ ਵਿੱਚੋਂ ਛੇਕ ਦਿੱਤਾ ਗਿਆ ਸੀ।
ਉਹਨੂੰ ਕਿਹਾ ਸੀ ਕਿ ਤੈਨੂੰ ਅੱਗੇ ਜਾ ਕੇ ਬ੍ਰਿਸ਼ਟ ਮਿਲੇਗਾ, ਤੈਨੂੰ ਸਵਰਗ ਮਿਲੇਗਾ, ਤੈਨੂੰ ਹੋਰਾਂ ਮਿਲਣਗੀਆਂ, ਤੂੰ ਇੱਕ ਵਾਰ ਕਹਿ ਦੇ ਕਿ ਮੈਂ ਜੋ ਕੁਝ ਲਿਖਿਆ ਇਹ ਸਾਰਾ ਹੀ ਝੂਠ ਸੀ। ਅੱਲਾ ਯਾਰ ਖਾਨ ਨੇ ਕਿਹਾ ਨਹੀਂ, ਮੇਰਾ ਰਹਿਬਰ, ਮੇਰੀ ਰੂਹ, ਮੇਰਾ ਸਿਰਤਾਜ ਹੀ ਗੁਰੂ ਗੋਬਿੰਦ ਸਿੰਘ ਹੈ। ਉਹਦੇ ਬਾਅਦ ਮੈਂ ਇੱਕ ਵੀ ਲਫ਼ਜ਼ ਝੂਠ ਨਹੀਂ ਬੋਲ ਸਕਦਾ। ਉਹ ਮੇਰੇ ਰੋਮ ਰੋਮ ਵਿੱਚ ਵਸਦਾ ਹੈ। ਜਿਨ੍ਹਾਂ ਨੇ ਜਾਣਿਆ, ਜਿਨ੍ਹਾਂ ਨੇ ਸਮਝਿਆ, ਇੱਥੇ ਗੱਲ ਹਿੰਦੂ ਮੁਸਲਮਾਨ ਜਾਂ ਸਿੱਖ ਦੀ ਨਹੀਂ ਹੈ, ਇੱਥੇ ਤੇ ਗੱਲ ਗੁਰੂ ਦੇ ਹੁਕਮ ਦੀ ਹੋ ਰਹੀ। ਸਾਰੀਆਂ ਤਿਆਰੀਆਂ ਕਰਨ ਤੋਂ ਬਾਅਦ ਸਭ ਦੀਆਂ ਮਹਾਰਾਜ ਨੇ ਡਿਊਟੀਆਂ ਲਾਈਆਂ। ਭਾਈ ਮਨੀ ਸਿੰਘ, ਜਵਾਹਰ ਸਿੰਘ ਜਿਹੜੇ ਕਿ ਦਿੱਲੀ ਦੇ ਰਹਿਣ ਵਾਲੇ ਸਨ, ਉਹਨਾਂ ਦੀ ਡਿਊਟੀ ਲਾਈ ਕਿ ਤੁਸੀਂ ਮਾਤਾਵਾਂ ਨੂੰ ਨਾਲ ਲੈ ਕੇ ਦਿੱਲੀ ਪਹੁੰਚਣਾ, ਕਿਉਂਕਿ ਸਤਿਗੁਰੂ ਜਾਣਦੇ ਸਨ ਇਸ ਗੱਲ ਨੂੰ ਸਮਝਦੇ ਸਨ। ਉਸ ਤੋਂ ਬਾਅਦ ਚਾਰੇ ਸਾਹਿਬਜ਼ਾਦਿਆਂ ਨੂੰ ਕੋਲ ਬੁਲਾਇਆ, ਗਲਵਕੜੀ ਵਿੱਚ ਲਿਆ, ਮੁੱਖ ਚੁੰਮੇ। ਪਤਾ ਸੀ ਗੁਰੂ ਸਾਹਿਬ ਨੂੰ ਕਿ ਹੁਣ ਦੇ ਵਿਛੜੇ ਮੁੜ ਕੇ ਮੇਲੇ ਨਹੀਂ ਹੋਣਗੇ, ਮੁੜ ਕੇ ਮੇਲ ਮਿਲਾਪ ਨਹੀਂ ਹੋਣਗੇ। ਮਾਤਾ ਨੂੰ ਮੇਰੇ ਮਹਾਰਾਜ ਖੁਦ ਜਾ ਕੇ ਆਪ ਚਰਨਾਂ ਤੇ ਸੀਸ ਰੱਖਿਆ, ਅਸੀਸ ਲਈ ਮਾਤਾ ਕੋਲੋਂ ਕਿ ਮਾਤਾ ਜੀ ਤੁਹਾਡਾ ਵੀ ਹੁਕਮ ਸੀ ਕਿ ਇੱਥੋਂ ਚਾਲੇ ਪਾਈਏ। ਸੋ ਹੁਣ ਹੁਕਮ ਹੋਇਆ ਉਸ ਕਰਤਾਰ ਦਾ ਕਿ ਅਸੀਂ ਇਸ ਅਨੰਦਪੁਰ ਨੂੰ ਛੱਡ ਦੇਈਏ। ਮਾਤਾ ਜੀ ਵੀ ਤਿਆਰ ਨੇ, ਸਾਰੇ ਸਿੰਘ ਤਿਆਰ ਨੇ, ਹਰ ਇੱਕ ਨੂੰ ਆਪਣੀ ਆਪਣੀ ਡਿਊਟੀ, ਆਪਣਾ ਆਪਣਾ ਸਮਾਨ ਸੰਭਾਇਆ। ਹੁਣ ਤਾਰਿਆਂ ਦੀ ਸ਼ਾਮ, ਮੀਂਹ ਪੈ ਕੇ ਹਟਿਆ, ਬੱਦਲ ਸਾਫ਼ ਹੋਇਆ, ਥੋੜਾ ਤਾਰੇ ਨਜ਼ਰ ਆ ਰਹੇ ਨੇ। 11-12 ਵਜੇ ਦਾ ਟਾਈਮ, ਅੱਧੀ ਰਾਤ। ਗੇਟ ਖੁੱਲਿਆ। ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ, ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਘੋੜਾ ਨੀਲੇ ਦਾ ਸਵਾਰ, ਉਸ ਤੋਂ ਨਾਲ ਹੀ ਛੋਟੇ ਸਾਹਿਬਜ਼ਾਦੇ ਨੇ, ਮਾਤਾ ਨੇ, ਮਾਤਾਵਾਂ ਨੇ, ਬੱਚੇ ਨੇ, ਬਜ਼ੁਰਗ ਨੇ। ਉਸ ਤੋਂ ਪਿੱਛੇ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ, ਉਸ ਤੋਂ ਪਿੱਛੇ ਮਾਲ ਸਬਾਬ ਸਿੰਘ ਲੈ ਕੇ ਆ ਰਹੇ। ਇਸ ਤਰ੍ਹਾਂ ਟੁਕੜੀਆਂ ਵਿੱਚ ਵੰਡਿਆ ਹੋਇਆ ਸਿੰਘਾਂ ਦੇ ਵਿੱਚ ਇਹ ਰਵਾਨਾ ਹੋਇਆ। ਹੁਣ ਦੇਖੋ, ਜਦੋਂ ਤੁਰੇਗਾ ਤੇ ਨੈਚੁਰਲੀ ਹੈ, ਘੋੜੇ ਦੀਆਂ ਟਾਪਾਂ ਵੀ ਹੋਣਗੀਆਂ। ਮੁਗਲਾਂ ਨੇ ਕਿਹਾ ਕਿ ਹੁਣੇ ਹੀ ਹੱਲਾ ਕਰ ਦਿਓ। ਤਾਂ ਵਜ਼ੀਰ ਖਾਨ, ਜਿਹੜਾ ਕਿ ਯੁੱਧ ਦਾ ਨੀਤੀ ਦਾ ਮੰਨਦਾ ਸੀ, ਇਸ ਗੱਲ ਨੂੰ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਇਸ ਪੱਖੋਂ ਯੁੱਧ ਨੀਤੀ 'ਚ ਨਿਪੁੰਨ ਨੇ, ਇਹਨਾਂ ਨੂੰ ਇੱਕ ਵਾਰ ਇੱਥੋਂ ਪਾਰ ਹੋ ਲੈਣ ਦਿਓ, ਲੰਘ ਲੈਣ ਦਿਓ ਸਾਰੇ, ਨਹੀਂ ਤੇ ਵਾਪਸ ਮੁੜ ਕੇ ਕਿਲੇ ਚਲੇ ਗਏ, ਆਪਣੇ ਮੁੜ ਕੇ ਫੇਰ ਨਹੀਂ ਆਉਣਾ, ਫਿਰ ਆਪਾਂ ਕਿਲਾ ਸਰ ਨਹੀਂ ਕਰ ਸਕਾਂਗੇ ਕਦੇ ਵੀ। ਮਹਾਰਾਜ ਕਹਿੰਦੇ ਜਾ ਰਹੇ ਨੇ ਉਸ ਮਾਲਕ ਦੀ ਰਜ਼ਾ ਵਿੱਚ, ਆਨੰਦ ਵਿੱਚ ਸਿਮਰਨ ਕਰਦੇ ਹੋਏ। ਜਦੋਂ ਟਿੱਬੀ ਸਾਹਿਬ, ਕੀਰਤਪੁਰ ਸਾਹਿਬ ਲੰਘੇ ਤਾਂ ਪਿੱਛੋਂ ਰੌਲਾ ਪੈਣਾ ਸ਼ੁਰੂ ਹੋਇਆ, ਫੜ ਲਓ, ਜਾਨ ਨਾ ਦਿਓ, ਮਾਰ ਦਿਓ, ਜੋ ਵੀ ਫੌਜਾਂ ਕਰਦੀਆਂ ਆ ਰਹੀਆਂ। ਤਾਂ ਮਹਾਰਾਜ ਨੇ ਕਿਹਾ ਕਿ ਭਾਈ ਇਹਨਾਂ ਨੂੰ ਸੰਭਾਲੋ। ਪਿੱਛੋਂ ਭਾਈ ਉਦੈ ਸਿੰਘ, ਜਿਹਨੇ ਕੇਸਰੀ ਰਾਜੇ ਦਾ, ਕੇਸਰ ਚੰਦ ਦਾ ਸਿਰ ਵੱਢਿਆ ਸੀ, ਉਹ ਬਹੁਤ ਬਲੀ ਸੂਰਮਾ ਸੀ। ਉਹ ਆਪਣੀ ਫੌਜ ਲੈ ਕੇ ਪਿੱਛੇ ਰੁਕ ਗਿਆ ਕਿ ਤੁਸੀਂ ਜਾਓ। 500 ਦਾ ਜਥਾ ਲੈ ਕੇ ਉਹ ਸਾਰੇ ਠੱਲ ਪਾਈ, ਮਹਾਰਾਜ ਅੱਗੇ ਲੰਘ ਗਏ। ਹੁਣ ਥੋੜਾ ਦਿਨ ਦਾ ਚੜਾਅ ਹੋਇਆ, ਬਾਰਿਸ਼ ਪੈ ਰਹੀ ਹੈ, ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲਾ ਨਿਕਲ ਆਇਆ। ਇਹ ਗੱਲ ਸਾਡੇ ਸਮਝਣ ਵਾਲੀ ਹੈ ਕਿ ਮਹਾਰਾਜ ਨੇ ਅੰਮ੍ਰਿਤ ਵੇਲਾ ਨਹੀਂ ਖਿਆਇਆ, ਉਦੋਂ ਹੀ ਮਹਾਰਾਜ ਨੇ ਹੁਕਮ ਕੀਤਾ। ਦੇਖੋ ਅੱਗੇ ਸਰਸਾ ਚੜੀ ਹੋਈ ਹੈ, ਪਿੱਛੇ ਪਤਾ ਹੈ ਕਿ ਫੌਜ ਆ ਰਹੀ ਹੈ, ਆਪਣੇ ਪੁੱਤਰ ਨੂੰ ਭੇਜਿਆ ਪਿੱਛੇ, ਵੱਡਾ ਸਾਹਿਬਜ਼ਾਦਾ ਨਾਲ ਗਏ, ਉਹ ਪਿੱਛੇ ਫੌਜ ਨਾਲ ਲੜ ਰਹੇ, ਫੌਜ ਨੂੰ ਰੋਕਿਆ ਹੋਇਆ। ਅੱਗੇ ਸਰਸਾ ਦੀ ਆਵਾਜ਼ ਹੈ, ਹੜ੍ਹ ਆਇਆ ਹੋਇਆ, ਬਹੁਤ ਤੇਜ਼ ਪਾਣੀ ਚੱਲ ਰਿਹਾ ਹੈ। ਤੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਪਾਠ ਤੋਂ ਉਪਰੰਤ ਆਸਾ ਦੀ ਵਾਰ ਖੁਦ ਆਪ ਕੀਤੀ।
ਦੀ ਵਾਰ ਮਨਜ ਕਰ ਰਹੇ। ਇਹ ਜਿਹੜਾ ਅਵਸਥਾ ਹੈ ਇਹ ਸਾਡੇ ਸਮਝਣ ਵਾਲੀ ਹੈ ਭਾਈ, ਕਿੰਨਾ ਵੀ ਦੁੱਖ ਕਿਉਂ ਨਾ ਹੋਵੇ। ਸਭ ਕੋ ਭੱਜੇ ਆਸਰਾ ਟੁੱਟੇ ਸਭ ਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਧਰਤੀ ਬਾਓ। ਮਹਾਰਾਜ ਨੇ ਉੱਥੇ ਬੈਠ ਕੇ ਸੰਗਤ ਸਮੇਤ ਜਿੰਨੇ ਨਾਲ ਸਨ ਭੋਗ ਕਰਨ ਤੋਂ ਉਪਰੰਤ, ਅਰਦਾਸ ਹੋਣ ਤੋਂ ਉਪਰੰਤ ਮਹਾਰਾਜ ਨੇ ਉੱਥੇ ਵੀ ਨਿਰਦੇਸ਼ ਦਿੱਤਾ। ਭਾਈ ਮਨੀ ਸਿੰਘ ਨੂੰ ਕਿਹਾ ਕਿ ਤੁਸੀਂ ਇਹਦੇ ਨਾਲ ਨਾਲ ਹੁਣ ਤੁਸੀਂ ਜਮਨਾ ਦੇ ਨਾਲ ਨਾਲ ਸਿੱਧੇ ਦਿੱਲੀ ਪਹੁੰਚ, ਤੁਸੀਂ ਪਾਰ ਨਹੀਂ ਕਰਨੀ ਜਮਨਾ, ਤੁਸੀਂ ਇਸ ਨੂੰ ਪਾਰ ਨਹੀਂ ਕਰਨਾ, ਇਸ ਸਰਸਾ ਨਦੀ ਨੂੰ। ਤੇ ਹੁਣ ਜਦੋਂ ਬਹੁਤ ਇਕੱਠ ਹੋਇਆ, ਪਿੱਛੋਂ ਫੌਜ ਹੋਰ ਆ ਚੜੀ, ਤਾਂ ਮਹਾਰਾਜ ਨੇ ਹੁਕਮ ਦਿੱਤਾ ਕਿ ਭਾਈ ਹੁਣ ਸਾਨੂੰ ਪਾਰ ਹੋਣਾ ਹੀ ਪਏਗਾ, ਇਸ ਤੋਂ ਹੁਣ ਕੋਈ ਚਾਰਾ ਨਹੀਂ ਹੈ। ਕਿਉਂਕਿ ਭਾਈ ਬਾਬਾ ਅਜੀਤ ਸਿੰਘ ਨੇ ਆ ਕੇ ਕਹਿ ਦਿੱਤੀ ਕਿ ਪਿਤਾ ਜੀ ਫੌਜ ਬਹੁਤ ਪਿੱਛੇ ਚੜ ਰਹੀ ਹੈ। ਸਰਸਾ ਪਾਰ ਕਰਦਿਆਂ ਅਨੇਕਾਂ ਬਜ਼ੁਰਗ, ਅਨੇਕਾਂ ਬੱਚੇ, ਘੋੜ ਸਵਾਰ, ਅਨੇਕਾਂ ਮਾਰ ਸਵਾਰ ਟੁੱਟ ਗਿਆ। ਆਪਾਂ ਵੇਖਦੇ ਹਾਂ ਕਿ ਪਰਿਵਾਰ ਵਿਛੋੜਾ ਜਿੱਥੇ ਗੁਰਦੁਆਰਾ ਹੈ, ਹੁਣ ਨਹੀਂ ਪਤਾ ਲੱਗਦਾ ਕਿ ਉੱਥੇ ਇੰਨਾ ਪਾਣੀ ਹੋਏਗਾ। ਉਦੋਂ ਉੱਥੇ ਪਾਣੀ ਇੰਨਾ ਸੀ ਜਿੰਨਾ ਗੁਰਦੁਆਰਾ ਉੱਚਾ ਹੈ, ਇੰਨਾ ਨਾ ਪਾਣੀ ਸੀ ਉੱਥੇ। ਉਹਨੂੰ ਪਾਰ ਕੀਤਾ ਮਹਾਰਾਜ ਨੇ। ਵੱਡੇ ਸਾਹਿਬਜ਼ਾਦੇ ਨਾਲ 40 ਕੁ ਸਿੱਖ ਨੇ, ਉਹ ਇੱਕ ਪਾਸੇ ਪਾਣੀ ਮੋੜ ਕੇ ਲੈ ਗਿਆ ਮਾਤਾ ਗੁਜਰੀ ਨੂੰ, ਮਾਤਾ ਬੱਚਿਆਂ, ਕਿਉਂਕਿ ਬੱਚੇ ਸਨ, ਬਹੁਤ ਛੋਟੇ ਸਨ। ਮਾਤਾ ਕੁਦਰਤੀ ਆਪਾਂ ਵੇਖਦੇ ਹਾਂ ਕਿ ਪੋਤਰਿਆਂ ਨਾਲ, ਖਾਸ ਕਰਕੇ ਛੋਟਿਆਂ ਨਾਲ ਦਾਦੀਆਂ ਦਾਦਿਆਂ ਦਾ ਪ੍ਰੇਮ ਬਹੁਤ ਹੁੰਦਾ ਹੈ। ਮਾਤਾ ਨੇ ਛੱਡਿਆ ਨਹੀਂ, ਨਾਲ ਰਹੇ, ਨਾਲ ਹੀ ਮੁੜ ਕੇ ਦੂਰ ਦੂਰ ਤੱਕ ਨਿਕਲ ਗਏ ਤੇ ਮਹਾਰਾਜ ਅੱਗੇ ਚਲੇ ਗਏ। ਅੱਗੇ ਕੀ ਵੇਖਦੇ ਨੇ ਕਿ ਰੋਪੜ ਦੇ ਰੰਗੜ, ਰੋਪੜ ਦੇ ਪਠਾਨ ਤਿਆਰ ਬੈਠੇ ਲੜਨ, ਉਹਨਾਂ ਨਾਲ ਚੜ੍ਹਾ ਗਈ। ਜਦੋਂ ਸਾਰੇ ਦੌੜ ਗਏ ਤਾਂ ਮਹਾਰਾਜ ਰੁੱਖ ਕੀਤਾ ਕਿੱਧਰ ਨੂੰ? ਭੱਠਾ ਸਾਹਿਬ ਗੁਰਦੁਆਰਾ ਜਿਹਨੂੰ ਆਪਾਂ ਕਹਿੰਦੇ ਹਾਂ। ਉਹ ਭੱਠਾ ਕਿਹਦਾ ਸੀ? ਇੱਥੇ ਵਿਚਾਰ ਕਰਨ ਵਾਲੀ ਗੱਲ ਹੈ, ਭੱਠਾ ਹੈ ਕਿਹਦਾ ਸੀ? ਨਿਹੰਗ ਖਾਨ, ਬਾਬਾ ਨਿਹੰਗ ਖਾਨ, ਜਿਹੜਾ ਕਿ ਗੁਰੂ ਸਾਹਿਬ ਨੂੰ ਇੱਟਾਂ ਸਪਲਾਈ ਕਰਿਆ ਕਰਦਾ ਸੀ ਤੇ ਘੋੜੇ ਵੇਚਿਆ ਕਰਦਾ ਸੀ। ਉਹਦੀ ਹਵੇਲੀ ਸੀ ਬਹੁਤ ਵੱਡੀ, ਬੜਾ ਤਕੜਾ ਸਰਦਾਰ ਸੀ। ਉਹਨੂੰ ਜਦੋਂ ਪਤਾ ਲੱਗਿਆ ਇਸ ਗੱਲ ਦਾ ਕਿ ਗੁਰੂ ਸਾਹਿਬ ਕਿਲ੍ਹਾ ਛੱਡਣ ਲੱਗੇ ਨੇ, ਦੇਖੋ ਅੱਖਾਂ ਭਰ ਕੇ ਨਮਾਜ਼ ਪੜ੍ਹਨ ਤੋਂ ਬਾਅਦ ਉਹ ਅਰਦਾਸ ਪਿਆ ਕਰਦਾ ਕਿ ਸੱਚੇ ਪਾਤਸ਼ਾਹ ਫੇਰ ਪਤਾ ਨਹੀਂ ਵੇਲੇ ਹੋਣ ਜਾਂ ਨਾ ਹੋਣ, ਇੱਕ ਵਾਰ ਕਿਤੇ ਜਾਂਦੀ ਵਾਰ ਨੂੰ ਦਰਸ਼ਨ ਦੇ ਜਾਣ। ਇੱਕ ਵਾਰ ਬੇਨਤੀਆਂ ਪਿਆ ਕਰਦਾ ਹੈ। ਤਾਂ ਉਹਦਾ ਨੌਕਰ ਭੱਜਿਆ ਉਹਦੀ ਹਵੇਲੀ ਚ ਆਇਆ ਕਿ ਖਾਨ ਸਾਹਿਬ ਆਪਣਾ ਭੱਠਾ ਠੰਡਾ ਹੋ ਗਿਆ, ਕੋਈ ਬੰਦਾ ਆਇਆ ਘੋੜੇ ਤੇ, ਉਹਨੇ ਕਿਹਾ ਸੀ ਸਾਨੂੰ ਠਹਿਰਨ ਵਾਸਤੇ ਜਗ੍ਹਾ ਚਾਹੀਦੀ ਹੈ, ਅਸੀਂ ਤੇ ਐਵੇਂ ਹੀ ਕਹਿ ਦਿੱਤਾ ਸੀ ਭੱਠੇ 'ਚ ਵੜ ਜਾ। ਤੇ ਉਹਦੇ ਭੱਠੇ ਦੇ ਪੌੜ ਜਦੋਂ ਘੋੜੇ ਦੇ ਭੱਠੇ ਨੂੰ ਵੱਜੇ, ਭੱਠਾ ਤੇ ਠਾਰ ਹੋਇਆ ਵਿੱਚ, ਉਹ ਸਮਝ ਗਿਆ ਇਸ ਗੱਲ ਨੂੰ ਕਿ ਮੇਰਾ ਬੰਦੀ ਆ ਗਿਆ। ਇਹਦੇ ਕਿ ਨੰਗੀ ਭਰੀ ਦੌੜਿਆ, ਭੱਜ ਕੇ ਜਾ ਕੇ ਮਹਾਰਾਜ ਨੂੰ ਵੇਖਿਆ, ਜਦੋਂ ਉਹਨੇ ਚਰਨਾਂ ਤੇ ਜਾ ਸੀ ਸੁੱਟਿਆ। ਮਹਾਰਾਜ ਦੱਸਿਆ ਕਿ ਸਾਨੂੰ ਥੋੜਾ ਸਮਾਂ ਚਾਹੀਦਾ ਹੈ, ਅਸੀਂ ਰੁਕਣਾ ਚਾਹੁੰਦੇ। ਆਪਣੀ ਹਵੇਲੀ ਲੈ ਕੇ ਗਿਆ। ਅਜੇ ਉੱਥੇ ਬੈਠੇ ਸਨ, ਪਿੱਛੋਂ ਬਾਬਾ ਅਜੀਤ ਸਿੰਘ, ਭਾਈ ਬਚਿੱਤਰ ਸਿੰਘ ਜੋ ਕਿ ਲੜਦਾ ਬਹੁਤ ਹੀ ਗੰਭੀਰ ਸੱਟਾਂ ਨਾਲ ਜ਼ਖਮੀ ਹੋਇਆ ਸੀ, ਉਹਨੂੰ ਲੈ ਕੇ ਆਏ। ਹੁਣ ਉੱਥੇ ਬਹੁਤਾ ਚਿਰ ਠਹਿਰਨਾ ਵੀ ਸਮਾਂ ਨਹੀਂ ਸੀ ਲੱਗਦਾ, ਕਿਉਂਕਿ ਫੌਜ ਉੱਤੇ ਚੜੀ ਆ ਰਹੀ ਸੀ। ਮਹਾਰਾਜ ਨੇ ਕਿਹਾ ਕਿ ਅਸੀਂ ਇੱਥੇ ਠਹਿਰਨ ਲਈ ਨਹੀਂ ਆਏ, ਅਸੀਂ ਇੱਥੋਂ ਜਾਣਾ ਚਾਹੁੰਦੇ ਹਾਂ। ਆਪਣੇ ਪੁੱਤਰ ਨੂੰ ਭੇਜਿਆ ਰਾਹ ਦਿਖਾਉਣ ਵਾਸਤੇ ਨਾਲ। ਉਹਨਾਂ ਦਾ ਪੁੱਤਰ ਚਮਕੌਰ ਦੀ ਗੜੀ ਤੱਕ ਗਿਆ, ਉੱਥੋਂ ਵਾਪਸ ਆਇਆ। ਉਹ ਪਿੱਛੇ ਆ ਕੇ ਕਿਉਂ ਵੇਖਦਾ ਹੈ ਕਿ ਘਰ ਨੂੰ ਘੇਰਾ ਪਿਆ ਹੋਇਆ, ਆਪਣੇ ਫੌਜ ਖੜੀ, ਕਿਉਂਕਿ ਉਸ ਵੇਲੇ ਦਾ ਸਰਦਾਰ ਸੀ, ਮੁਸਲਮਾਨ ਸੀ, ਲੋਕ ਨੂੰ ਦੂਰ ਦੂਰ ਤੱਕ ਜਾਣਦੇ ਸਨ, ਚੰਗੀ ਵੀ ਪੈਠ ਸੀ। ਉਹਨਾਂ ਨੇ ਕਿਹਾ ਜੀ ਸਾਨੂੰ ਹੁਕਮ ਹੋਇਆ ਉੱਥੋਂ ਕਿ
ਤੁਹਾਡੇ ਘਰ ਦੀ ਤਲਾਸ਼ੀ ਲਈ ਜਾਏ, ਗੁਰੂ ਗੋਬਿੰਦ ਸਿੰਘ ਤੁਹਾਡੇ ਘਰ ਵਿੱਚ ਹੈ। ਉਹਨੇ ਕਿਹਾ ਜੀ ਕਿੱਥੇ ਮੇਰੀ ਕਿਸਮਤ, ਮੇਰੇ ਘਰ ਕਿੱਥੇ ਰਹਿ ਸਕਦੇ ਨੇ, ਮੇਰੀ ਇੰਨੀ ਕਿਸਮਤ ਕਿੱਥੇ ਕਿ ਗੁਰੂ ਗੋਬਿੰਦ ਸਿੰਘ ਮੇਰੇ ਘਰ ਰਹਿਣ, ਇਹ ਨਹੀਂ ਹੋ ਸਕਦਾ। ਹਾਂ, ਅੰਦਰ ਕੋਈ ਨਹੀਂ ਹੈ। ਪਰ ਇੱਕ ਗੱਲ ਦਾ ਖਿਆਲ, 2 ਮਿੰਟ ਰੁਕੋ, ਮੈਂ ਅੰਦਰ ਜਾ ਕੇ ਦੱਸ ਆਵਾਂ ਆਪਣੀਆਂ ਔਰਤਾਂ ਨੂੰ, ਬੇਟੀਆਂ, ਬੇਟੀ ਹੈ ਮੇਰੀ ਔਰਤ ਹੈ, ਹੋਰ ਔਰਤਾਂ ਨੇ ਘਰ ਦੇ ਵਿੱਚ ਮੇਰੀਆਂ ਚਾਚੀਆਂ ਤਾਈਆਂ, ਕਿਉਂਕਿ ਮੁਸਲਮਾਨਾਂ ਵਿੱਚ ਪਰਦਾ ਹੈ, ਔਰਤ ਪਰਦਾ ਕਰਦੀ। ਹੁਣ ਉਹ ਜਾ ਕੇ ਆਪਣੀ ਬੇਟੀ ਨੂੰ ਮਿਲਿਆ, ਉਹਦਾ ਨਾਮ ਇਤਿਹਾਸ ਵਿੱਚ ਮੁਮਤਾਜ਼ ਆਉਂਦਾ ਹੈ। ਆਪਣੀ ਪੱਗ ਲਾ ਕੇ ਆਪਣੀ ਬੇਟੀ ਦੇ ਪੈਰਾਂ ਵਿੱਚ ਰੱਖੀ ਕਿ ਪੁੱਤਰਾ, ਹੁਣ ਧੀਏ ਮੇਰੀ ਇੱਜ਼ਤ ਤੇਰੇ ਹੱਥ ਹੈ। ਕਿਉਂਕਿ ਅੰਦਰ ਜ਼ਖਮੀ ਹਾਲਤ ਵਿੱਚ ਬੇਹੋਸ਼ ਪਿਆ ਭਾਈ ਬਚਿੱਤਰ ਸਿੰਘ, ਜੇ ਮੁਗਲਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੇ ਆਪਣੇ ਸਾਰੇ ਪਰਿਵਾਰ ਦੀ ਬੇਇੱਜ਼ਤੀ ਹੈ, ਤੇ ਫਿਰ ਕੀ ਹੋਏਗਾ, ਆਪਣੇ ਤੇ ਦਾਗ ਲੱਗ ਜਾਏਗਾ ਕਿ ਉਹਨਾਂ ਨੇ ਸੂਹ ਦੇ ਕੇ ਆਪ ਭਾਈ ਬਚਿੱਤਰ ਸਿੰਘ ਨੂੰ ਮਰਵਾਇਆ। ਇਹ ਨਾ ਹੋਵੇ ਕਿਤੇ ਇੰਝ ਹੋ ਜਾਏ। ਉਹ ਕਹਿੰਦੀ ਕੋਈ ਨਾ, ਵੀ ਮੈਂ ਉੱਥੇ ਅੰਦਰ ਹੀ ਹੋਵਾਂਗੀ, ਮੈਂ ਉਹਨਾਂ ਦੀ ਆਪ ਰੱਖਿਆ ਕਰਾਂ, ਤੁਸੀਂ ਜਾਓ ਬੇਸ਼ੱਕ ਹੋ ਕੇ, ਤੁਹਾਡੀ ਪੱਗ ਨੂੰ ਦਾਗ ਨਹੀਂ ਲੱਗੇਗਾ, ਕਿਉਂਕਿ ਧੀਆਂ ਪਿਤਾ ਦੀ ਪੱਗ ਹੁੰਦੀਆਂ। ਆ ਕੇ ਕਹਿੰਦੇ ਤੁਸੀਂ ਆ ਕੇ ਤਲਾਸ਼ੀ ਲੈ ਸਕਦੇ ਹੋ, ਕਿਉਂਕਿ ਬਹੁਤ ਵੱਡੀ ਹਵੇਲੀ ਹੁਣ ਢਹਿ ਗਈ ਹੋਈ, ਮੈਂ ਦੇਖੀ ਹੋਈ ਹੈ ਸਾਰੀ, ਹੁਣ ਢਹਿ ਗਈ ਹੋਈ ਹੈ, ਥੋੜਾ ਹਿੱਸਾ ਬਚਿਆ ਉਹਦਾ। ਭਾਈ ਬਚਿੱਤਰ ਸਿੰਘ ਦੀ ਸਮਾਧ ਵੀ ਅੰਦਰ ਹੀ ਹੈ, ਸੰਸਕਾਰ ਵੀ ਅੰਦਰ ਹੀ ਕੀਤਾ ਸੀ। ਫੌਜਦਾਰ ਅੰਦਰ ਜਾ ਰਹੇ ਆ, ਕਮਰੇ ਖਾਲੀ ਕਰਾ ਕੇ ਦੇਖ ਰਹੇ ਆ। ਜਦੋਂ ਉਹ ਕਮਰਾ ਖੋਲ੍ਹਣ ਲੱਗਿਆ, ਕਹਿੰਦਾ ਜੀ ਰੁਕੋ, ਇੱਥੇ ਮੇਰੇ ਧੀ ਜਵਾਈ ਨੇ। ਮੁਮਤਾਜ਼ ਨੇ ਇਹ ਗੱਲ ਨੂੰ ਸੁਣਿਆ, ਅੱਖਾਂ ਚੋਂ ਆਪ ਮੁਹਾਰੇ ਹੰਝੂ ਵਹੇ। ਉਸੇ ਵੇਲੇ ਹੀ ਭਾਈ ਬਚਿੱਤਰ ਸਿੰਘ ਦੇ ਪੈਰਾਂ ਤੇ ਸਿਰ ਰੱਖ ਕੇ, ਵੇਖੋ ਆਪਣਾ ਪਤੀ ਬਣ ਜਾਏ, ਸੰਸਕਾਰ ਕੀਤਾ ਗਿਆ ਅੰਦਰ ਹੀ। ਵੇਖੋ ਆਪਣੇ ਘਰ ਦੇ ਅੰਦਰ ਸੰਸਕਾਰ ਕਰਦੇ ਥੇ। 139 ਸਾਲ ਦੀ ਉਮਰ ਜਮੀ ਹੈ ਮੁਮਤਾਜ਼, ਉਹਨੇ ਵਿਆਹ ਨਹੀਂ ਕਰਾਇਆ। ਆਉਂਦੇ ਹੋਏ ਬਾਦਸ਼ਾਹ ਉਹਨਾਂ ਨੂੰ ਕਟਾਰ ਤੇ ਇੱਕ ਤਲਵਾਰ ਦੇ ਕੇ ਆਏ ਸਨ। ਉਹ ਅੱਜ ਵੀ ਜਦੋਂ ਅਸੀਂ ਭੱਠਾ ਸਾਹਿਬ ਜਾਂਦੇ ਹਾਂ ਉੱਥੇ ਦਰਸ਼ਨ ਕਰਦੇ ਹਾਂ, ਤੇ ਨਾਲ ਹੀ ਕਿਹਾ ਸੀ ਜਦ ਤੱਕ ਇਸ ਸੰਭਾਲ ਕੇ ਰੱਖੋਗੇ ਤੁਹਾਡਾ ਖਾਨਦਾਨ ਕੋਈ ਵਾਰ ਨਹੀਂ ਝਾੜ ਸਕੇਗਾ। ਪਰ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ, ਜਿਹੜੀ ਅੱਗੋਂ ਉਹਨਾਂ ਦਾ ਪਰਿਵਾਰ ਸੀ, ਉਹ ਕਹਿੰਦੇ ਜੀ ਅਸੀਂ ਇਹ ਸੰਭਾਲ ਨਹੀਂ ਸਕਦੇ, ਇੱਥੇ ਦੇ ਗਏ, ਤੇ ਹੁਣ ਉਹਨਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਲੱਭਦਾ। ਇਹ ਵੀ ਨਾਲ ਕਿਉਂਕਿ ਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਨੇ, ਸਾਨੂੰ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ। ਮਹਾਰਾਜ ਨੇ ਸਾਨੂੰ ਦੱਸਿਆ ਇਸ ਗੱਲ ਦੇ ਉੱਤੇ ਕਿ ਭਾਵੇਂ ਉਜਾੜੇ ਕਿਉਂ ਨਾ ਪੈ ਜਾਣ, ਪਰ ਪਰਮੇਸ਼ਰ ਨਹੀਂ ਭੁੱਲਣਾ, ਪਰਮੇਸ਼ਰ ਨੂੰ ਹਮੇਸ਼ਾ ਚੇਤੇ ਰੱਖਣਾ। ਉਹ ਅੰਗ ਸੰਗ ਹੈ। ਤੂੰ ਗੁਰਸਿੱਖਾ ਭਾਵੇਂ ਸੌਂ ਜਾਈ, ਗੁਰੂ ਜਾਗਦਾ ਹੈ, ਤੇ ਜੇ ਗੁਰੂ ਦਾ ਸਾਥ ਦੇਣਾ ਹੈਗਾ ਤਾਂ ਮਨ ਕਰਕੇ ਜਾਗਦਾ ਰਵੀਂ। ਜਾਗਦਾ ਰਵੇਂਗਾ ਤੇ ਲੁੱਟਿਆ ਨਹੀਂ ਜਾਏਗਾ, ਜਾਗਦਾ ਰਵੇਂਗਾ ਤੇਰੀ ਕੋਈ ਵਾਹ ਵਾਲਾ ਨਹੀਂ ਵੇਖ ਸਕਦਾ। ਜਾਗ ਰੇ ਮਨ ਜਾਗਣ ਹਾਰੇ, ਸਾਨੂੰ ਮਹਾਰਾਜ ਜਾਗਣ ਲਈ ਕਹਿੰਦੇ। ਅਸੀਂ ਤੇ ਜਨਮਾਂ ਜਮਾਤਰਾ ਸੁਣਦੇ, ਸਾਨੂੰ ਬਾਣੀ ਜਗਾਉਂਦੀ ਹੈ, ਹਰ ਰੋਜ਼ ਜਗਾਉਂਦੀ, ਤੇ ਜਿਸ ਦਿਨ ਜਾਗ ਗਏ ਉਸੇ ਦਿਨ ਦਰਸ਼ਨ ਹੋ ਜਾਣਗੇ। ਇਹ ਗੱਲਾਂ ਚੇਤੇ ਰੱਖਿਓ। ਗੁਰੂ ਪਾਤਸ਼ਾਹ ਨੇ ਕਿਹਾ ਕਿ ਮੈਂ ਅੰਗ ਸੰਗ ਹਾਂ। ਗੁਰੂ ਪਾਤਸ਼ਾਹ ਨੇ ਇਹ ਗੱਲ ਸਪਸ਼ਟ ਕੀਤੀ ਹੋਈ ਹੈ ਕਿ ਮੈਂ ਆਪਣੇ ਗੁਰੂ ਪਿਆਰੇ ਦੇ, ਆਪਣੇ ਗੁਰਸਿੱਖ ਦੇ, ਜੇ ਅਸੀਂ ਗੁਰਸਿੱਖ ਹਾਂ, ਜੇ ਅਸੀਂ ਗੁਰੂ ਕੇ ਸਿੱਖ ਹਾਂ, ਤਾਂ ਸੋ ਸਿੱਖ ਸਖਾ ਬੰਧ ਪਹਿ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ ਉਹ ਹੈ। ਨਿਰਭਰ ਕੇਸ ਰੱਖਣ ਨਾਲ, ਬਾਹਰ ਦੇ ਵਿਖਾਵੇ ਕਰਨ ਨਾਲ ਅਸੀਂ ਗੁਰੂ ਕੇ ਸਿੱਖ ਨਹੀਂ ਬਣ ਸਕਦੇ। ਵਿਖਾਵੇ ਕਰਨ ਨਾਲ ਨਹੀਂ ਗੱਲ ਬਣੇਗੀ, ਵਿਖਾਵਾ ਤੇ ਹੈ ਹੀ ਨਹੀਂ। ਸਹਿਜ ਹੋਣਾ ਚਾਹੀਦਾ ਸਾਡੇ ਚ, ਜੋ ਗੁਰੂ ਕਹੇ ਸੋਈ ਭਗਵਾਨ ਨੂੰ ਭਲਾ ਭਲਾ ਕਰਕੇ ਮੰਨ ਲੈ। ਸਤਿਗੁਰੂ ਨੇ ਬਾਣੀ ਚ ਬੜਾ ਸਪਸ਼ਟ ਚੌਥੇ ਪਾਤਸ਼ਾਹ ਬਾਰੇ ਲਿਖਿਆ, ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਕਰਤਾ
ਸਾਡੇ ਕਿੰਤੂ ਪਰੰਤੂ ਬਾਣੀ ਉੱਤੇ ਵੀ ਨੇ। ਕਿਉਂ? ਕਿਉਂਕਿ ਸਾਡੀ ਹਉਮੈ ਬੋਲਦੀ ਹੈ। ਜਦ ਤੱਕ ਹਉਮੈ ਰਹੇਗੀ ਨਾਮ ਨਹੀਂ ਰਹੇ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ, ਨਹੀਂ ਵਸਣਗੇ। ਜਦ ਤੱਕ ਮੈਂ ਰਹੇਗੀ ਤੂੰ ਤੱਕ ਪਹੁੰਚ ਨਹੀਂ ਸਕਦੇ। ਬੜੇ ਸਵਾਲ ਠੰਡੇ ਜਿਹੇ ਹਿਸਾਬ ਨਾਲ ਮਾਰੇ ਤੁਹਾਨੂੰ ਦੱਸਿਆ ਕਿ ਆਪ ਗਵਾਈ ਹੈ ਤਾਂ ਸ਼ੌਕ ਪਾਈ ਹੈ ਔਰ ਕੈਸੀ ਚਤੁਰਾਈ। ਚਤੁਰਾਈ ਬੜੀ ਕੋਈ ਗੱਲ ਨਹੀਂ ਹੈ, ਕੋਈ ਚਤੁਰਾਈ ਨਹੀਂ ਹੈ। ਜਪਜੀ ਸਾਹਿਬ ਦੀ ਪਹਿਲੀ ਪੌੜੀ ਤੋਂ ਹੀ ਜਦੋਂ ਇਹ ਗੱਲ ਸਪਸ਼ਟ ਹੋਈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਦੋਂ ਗੁਰਿਆਈ ਬਖਸ਼ੀ ਗੁਰੂ ਅੰਗਦ ਦੇਵ ਮਹਾਰਾਜ ਨੂੰ, ਨਾਲ ਹੁਕਮ ਕੀਤਾ ਕਿ ਤੁਸੀਂ ਭਾਈ ਇੱਥੋਂ ਕਰਤਾਰਪੁਰ ਤੋਂ ਚਲੇ ਜਾਓ। ਇਹ ਜਿਹੜੇ ਬੋਲ ਨੇ ਨਾ, ਇਹ ਸਾਨੂੰ ਸੰਭਾਲਣੇ ਚਾਹੀਦੇ ਨੇ ਕਿ ਸਾਡੇ ਅੰਦਰ ਵਸੇ ਹੋਣੇ ਚਾਹੀਦੇ ਨੇ ਕਿ ਪੁਰਖਾ ਤੁਸੀਂ ਇੱਥੋਂ ਚਲੇ ਜਾਓ। ਤੇ ਮਹਾਰਾਜ ਨੇ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੀ ਤੁਹਾਡਾ ਹੁਕਮ ਹੈ, ਅਸੀਂ ਚਲੇ ਜਾਵਾਂਗੇ, ਪਰ ਨਾਲ ਇਹ ਹੈ ਜੇ ਤੁਹਾਡੇ ਦਰਸ਼ਨ ਕਰਨੇ ਹੋਣ ਤਾਂ ਸਾਡੇ ਲਈ ਕੀ ਹੁਕਮ ਹੈ? ਸਾਡੇ ਲਈ ਕੀ ਹੁਕਮ ਹੈ? ਇਹ ਗੱਲ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਦੇ ਪਏ ਨੇ। ਉਦੋਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹੀ ਸੀ, ਕੱਲੇ ਤੁਸੀਂ ਨਹੀਂ, ਕੋਈ ਵੀ ਗੁਰੂ का प्यारा सिख ਇੱਕ ਮਨ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕਰੇਗਾ, ਉਹਦੀ ਜ਼ੁਬਾਨ ਤੋਂ ਮੈਂ ਬੋਲਾਂਗਾ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਰੀਰ ਨੂੰ ਛੱਡਿਆ, ਜਾਣ ਲੱਗੇ, ਭਾਈ ਦਇਆ ਸਿੰਘ ਉਹਨਾਂ ਨੇ ਪੁੱਛਿਆ ਸੀ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਤੁਸੀਂ ਗੁਰੂ ਬਾਣੀ ਦੇ ਨਾਂ ਤੇ ਲਾ ਚੱਲੇ ਹੋ, ਪਰ ਜੇ ਸਰੀਰ ਰੂਪ ਵਿੱਚ ਸਾਰਥਕ ਤੌਰ ਤੇ ਪੰਥਕ ਰੂਪ ਵਿੱਚ ਤੁਹਾਡੇ ਦਰਸ਼ਨ ਕਰਨੇ ਹੋਣ ਤਾਂ ਸਾਡੇ ਲਈ ਕੀ ਹੁਕਮ ਹੈ? ਮਹਾਰਾਜ ਨੇ ਕਿਹਾ ਸਾਡੇ ਲਈ ਕੀ ਹੁਕਮ ਹੈ? ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉੱਥੇ ਵੀ ਗੱਲ ਕਹੀ ਸੀ ਕਿ ਐ ਗੁਰੂ ਕੇ ਪਿਆਰਿਓ, ਸੰਗਤ ਕਰੋਗੇ ਤੇ ਸੰਗਤ ਵਿੱਚ ਮੈਂ ਹੋਵਾਂਗਾ। ਮਹਾਰਾਜ ਜੀ ਸੰਗਤ ਨਾ ਮਿਲੀ, ਦੇਖੋ ਸਵਾਲ ਸੁਣ ਬੜੇ ਵਧੀਆ। ਮਹਾਰਾਜ ਜੀ ਸੰਗਤ ਨਾ ਮਿਲੀ, ਕਿੰਨੀ ਦੂਰ ਤੱਕ ਸਿੱਖ ਮਿਲਦਾ ਹੈ ਬਸਾਂ। ਤੇ ਮਹਾਰਾਜ ਜੀ ਨੇ ਜੇ 5 ਸਿੱਖ ਵੀ ਮਿਲ ਜਾਣ ਨਾ, 5 ਸਿੱਖ, ਤਾਂ ਉਹਨਾਂ ਵਿੱਚ ਮੈਂ ਹੋਵਾਂਗਾ। ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਜੀ 5 ਵੀ ਨਾ ਮਿਲਣ ਤੇ ਮਨ ਉਭਰਿਆ ਹੋਵੇ, ਮਨ ਚਾਹੁੰਦਾ ਹੋਵੇ, ਮਨ ਉਧਰਿਆ ਹੋਵੇ ਤੁਹਾਡੇ ਦਰਸ਼ਨਾਂ ਲਈ, ਤਾਂ ਸਾਡੇ ਲਈ ਕੀ ਹੁਕਮ ਹੈ? ਦਸ਼ਮ ਪਾਤਸ਼ਾਹ ਨੇ ਕਹਿੰਦੇ ਉਦੋਂ ਬੜੇ ਪ੍ਰੇਮ ਨਾਲ ਸਿਰ ਤੇ ਹੱਥ ਰੱਖ ਕੇ, ਅੱਖਾਂ 'ਚ ਅੱਖਾਂ ਮਿਲਾ ਕੇ, ਭਾਈ ਦਇਆ ਸਿੰਘ ਕੋਈ ਵੀ ਗੁਰੂ का ਪਿਆਰਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ 5 ਬਾਣੀਆਂ ਦਾ ਪਾਠ ਕਰਕੇ ਜਦੋਂ ਸ਼ੀਸ਼ੇ ਵਿੱਚ ਆਪਣਾ ਮੁਖ ਦੇਖ ਲਏਗਾ ਨਾ, ਮੇਰੇ ਦਰਸ਼ਨ ਹੋ ਜਾਣ। ਤੇ ਇਹ ਕਦੇ ਤੁਸੀਂ ਕਰਕੇ ਵੀ ਵੇਖ ਲਿਓ, ਜੇ ਗੁਰੂ ਮਿਹਰ ਕਰੇ, ਜੇ ਗੁਰੂ ਬਖਸ਼ਿਸ਼ ਕਰੇ। ਬਾਣੀ 'ਚ ਐਵੇਂ ਨਹੀਂ ਕਿਹਾ ਗੁਰੂ ਮੇਰੇ ਸੰਗ ਸਦਾ ਹੈ ਨਾ ਦੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਉਹ ਸਿਮਰ ਕੇ ਸੰਭਾਲ ਕਰਕੇ ਤੇ ਵੇਖਦਾ ਗੁਰੂ ਦੇ ਨਾਲ, ਗੁਰੂ ਦੇ ਅੰਗ ਹੈ, ਸਦਾ ਅੰਗ ਸੰਗੇ ਅਪੰਗਮ ਭਗੁਤੇ, ਉਥੇ ਹਮੇਸ਼ਾ ਹੀ ਅੰਗ ਸੰਗ। ਸੋ ਚਮਕੌਰ ਦੀ ਗੜੀ ਤੱਕ ਪਰ ਜਦੋਂ ਸ਼ਾਮ ਨੂੰ ਪਹੁੰਚੇ ਤੇ ਉੱਥੇ ਵੀ ਰੌਲਾ ਪਿਆ ਦੋਵਾਂ ਭਰਾਵਾਂ ਵਿੱਚ। ਚਮਕੌਰ ਕਹਿੰਦਾ ਕਿ ਮੈਂ ਅੱਧਾ ਹਿੱਸਾ ਮੇਰਾ ਮੈਂ ਦੇ ਸਕਦਾ, ਦੂਜਾ ਕਹਿੰਦਾ ਨਹੀਂ ਬੁਲਾ। ਤੁਹਾਰੇ ਨੇ ਕਿਹਾ ਫਿਰ ਸਾਨੂੰ ਕਬਜ਼ਾ ਵੀ ਕਰਨਾ ਹੁੰਦਾ, ਐਸੀ ਕੋਈ ਨਹੀਂ, ਸਾਨੂੰ ਲੋੜ ਹੈ, ਹੁਣ ਸਾਨੂੰ ਜ਼ਰੂਰਤ ਹੈ ਇਸ ਗੱਲ ਦੀ, ਸਾਨੂੰ ਚਾਹੀਦੀ ਹੈ। ਸ਼ਾਮ ਨੂੰ ਮਾਰੇ ਜਦੋਂ ਉੱਥੇ ਰਹਿਰਾਸ ਦੇ ਪਾਠ ਤੋਂ ਬਾਅਦ ਚਮਕੌਰ ਦੀ ਗੜੀ ਵਿੱਚ ਵਿਰਾਜਮਾਨ ਹੋਏ, ਹੁਣ ਸਿੱਖ ਨੇ ਜਿਹੜੇ ਥੱਕੇ ਹੋਏ ਨੇ, ਕੁਝ ਊਂਘ ਰਹੇ ਨੇ, ਕੁਝ ਸੌਂ ਗਏ ਨੇ, ਜਾਗਦਾ ਕੌਣ ਹੈ? ਗੁਰੂ ਗੋਬਿੰਦ ਸਿੰਘ ਜਾਗਦੇ ਨੇ, ਚੌਕੜਾ ਮਾਰ ਕੇ ਉਸ ਮਾਲਕ ਦੀ ਯਾਦ ਵਿੱਚ ਜੁੜੇ ਹੋਏ ਕਿ ਕੱਲ ਨੂੰ ਕੀ ਹੋਏਗਾ, ਪਤਾ ਨੂੰ ਕੱਲ ਨੂੰ ਕੀ ਹੋਏਗਾ, ਜਾਣਦੇ ਇਸ ਗੱਲ। ਜਦੋਂ ਜ਼ਫਰਨਾਮਾ ਪੜ੍ਹਦੇ ਆ ਨਾ ਉਹਨਾਂ ਦਾ, ਉਹਦੇ 'ਚ ਬੜੇ ਵਧੀਆ ਪਿਆਰ ਨਾਲ ਲਿਖਦੇ ਆ
ਕਿ ਚੰਦ ਦੀ ਚਾਂਦਨੀ ਜਿਹੜੀ ਹੈ ਉਹ ਰਿਸ਼ਮਾਂ ਡੁੱਬ ਰਹੀਆਂ ਨੇ, ਹੌਲੀ ਹੌਲੀ ਚੰਦ ਡੁੱਬ ਰਿਹਾ ਹੈ। ਮਹਾਰਾਜ ਖੜੇ ਵੇਖ ਰਹੇ ਨੇ ਕਿ ਕੱਲ ਨੂੰ ਇਹ ਮੇਰੇ ਦੋਵੇਂ ਚੰਦ ਵੀ ਡੁੱਬ ਜਾਣਗੇ। ਇਸ ਮੈਦਾਨੇ ਜੰਗ ਵਿੱਚ ਕੱਲ ਨੂੰ ਇਹ ਦੋਵੇਂ ਚੰਦ ਪੂਰ ਜਾਣਗੇ। ਆਪਣੇ ਪੁੱਤਰਾਂ ਦੇ ਸੁੱਤਿਆਂ ਹੋਇਆਂ ਦੇ ਰੁੱਖ ਚੁੱਕਦੇ ਨੇ, ਸੁੱਤਿਆਂ ਹੋਇਆਂ ਸਿੰਘਾਂ ਦੀਆਂ ਲੱਤਾਂ ਟੁੱਟਦੇ ਨੇ। ਇਹ ਹੈ ਗੁਰੂ ਜਾਗਦਾ ਇਸ ਤਰ੍ਹਾਂ ਤੇ ਨਾਲ ਸ਼ੁਕਰਾਨਾ ਕਰਦੇ ਨੇ ਉਸ ਮਾਲਕ ਦਾ ਕਿ ਹੁਣ ਤੂੰ ਕਿਰਪਾ ਕਰੀ, ਇਹ ਵਾਹਿਗੁਰੂ ਜੀ ਅਕਾਲ ਪੁਰਖ ਜੀਓ, ਮੇਰੀ ਲਾਜ ਮੇਰੀ ਇੱਜ਼ਤ ਤੇਰੇ ਹੱਥ ਹੈ। ਇਹ ਲਾਭ ਤੂੰ ਬਖਸ਼ੇ ਨੇ, ਇਹ ਤੂੰ ਹੀ ਲੈਣੇ ਨੇ, ਇਹ ਤੇਰੀ ਗੋਦ ਵਿੱਚ ਚਲੇ ਜਾਣ। ਇਹ ਬੇਨਤੀਆਂ ਕਰਦੇ ਮਹਾਰਾਜ ਜਦੋਂ ਸਾਰੀ ਰਾਤ ਲੰਘਦੀ ਹੈ, ਸਵੇਰ ਨੂੰ ਅਗਲਾ ਦਿਨ ਚੜ੍ਹਦਾ ਹੈ, ਭਾਵ 21 ਤਰੀਕ ਇਹ ਫੌਜ ਜਿਹੜੀ ਆ ਚੜ੍ਹਦੀ ਤੇ ਮਹਾਰਾਜ ਪਤਾ ਲੱਗਦਾ ਉਹਨਾਂ ਲੋਕਾਂ ਨੂੰ ਚਾਰੇ ਪਾਸੇ ਜਿਹੜੀ ਗੜੀ ਆਪਾਂ ਹੁਣ ਦੇਖਦੇ ਆ ਨਾ, ਇਹ ਉਹ ਗੜੀ ਨਹੀਂ ਹੈ। ਉਦੋਂ ਇਹ ਗੜੀ ਕੱਚੀ ਸੀ। ਮੈਨੂੰ ਪਤਾ ਕਿ ਮੈਂ 5ਵੀਂ ਜਾਂ 6ਵੀਂ ਪੜ੍ਹਦਾ ਸੀ ਸ਼ਾਇਦ, ਉਦੋਂ ਮੈਂ ਵੇਖੀ। ਸਾਡੀ ਕੌਮ ਦਾ ਇੱਕ ਬਹੁਤ ਵੱਡਾ ਮਾੜੇ ਭਾਗ, ਮੈਂ ਕਹਿੰਦਾ ਇਹ ਗੱਲ, ਅਸੀਂ ਲਿਆ ਕੇ ਮਕਰਾਣੇ ਦਾ ਪੱਥਰ ਲਾ ਦਿੱਤਾ। ਇਹ ਜਿੱਥੇ ਜੇ ਉਹ ਚੀਜ਼ਾਂ ਹੁੰਦੀਆਂ ਤਾਂ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕਦੇ ਕਿ ਆਹ ਗੜੀ ਸੀ ਜਿੱਥੇ ਸਤਿਗੁਰਾਂ ਨੇ ਇਹ ਮੈਦਾਨ ਜੰਗ ਲੜਿਆ ਸੀ, ਇਹ ਬੁਰਜ ਸੀ ਜਿੱਥੇ ਮਾਤਾ ਤੇ ਬੱਚੇ ਕੈਦ ਕੀਤੇ ਗਏ। ਹੁਣ ਤੇ ਬੁਰਜ ਬਹੁਤ ਵਧੀਆ ਬਣਾਤਾ ਹੋਇਆ, ਪੁਰਾਣਾ ਦੇਖਿਆ ਹੋਇਆ ਸਭ ਨੇ। ਸੋ ਅਸੀਂ ਇਹ ਚੀਜ਼ਾਂ ਨੂੰ ਸੰਭਾਲ ਕਰਨਾ ਜ਼ਰੂਰੀ ਹੈ। ਪੁਰਾਤਨ ਚੀਜ਼ਾਂ ਕਿਉਂ ਖੰਡਿਤ ਕੀਤੀਆਂ ਜਾਂਦੀਆਂ ਨੇ? ਉਹ ਕੌਮਾਂ ਦੀਆਂ ਜਿਹੜੀਆਂ ਕੌਮਾਂ ਨੂੰ ਖਤਮ ਕਰਨਾ ਹੋਵੇ। ਸਾਡੇ ਪੁਰਾਤਨ ਜਦੋਂ 84 ਦਾ ਅਟੈਕ ਹੋਇਆ, ਜਿੰਨੇ ਪੁਰਾਤਨ ਗ੍ਰੰਥ ਸਨ ਉਹ ਚੁੱਕੇ ਗਏ। ਕਿਉਂ? ਇਹ ਸਾਡਾ ਖਜ਼ਾਨਾ ਸੀ ਬਹੁਤ ਵੱਡਾ, ਉਹਨਾਂ ਨੂੰ ਪਤਾ ਇਸ ਗੱਲ ਦਾ। ਇਸ ਗੱਲ ਨੂੰ ਸੁਚੇਤ ਰਹੋ। ਮੈਂ ਬੇਨਤੀ ਕਰਦੇ ਹਾਂ, ਕੋਈ ਵੀ ਕਿਸੇ ਵੀ ਰੂਪ ਵਿੱਚ ਤੁਹਾਨੂੰ ਆ ਕੇ ਕਹਿੰਦਾ ਕਿ ਪੁਰਾਣੇ ਗ੍ਰੰਥ, ਪੁਰਾਣੇ ਸੈਂਚੀਆਂ ਸਾਨੂੰ ਦੇ ਦਿਓ, ਅਸੀਂ ਸੰਸਕਾਰ ਕਰ ਦਿਆਂਗੇ, ਉਹ ਬਿਲਕੁਲ ਗਲਤ ਹੈ ਜੀ। ਸਾਨੂੰ ਪੁਰਾਤਨ ਚੀਜ਼ਾਂ ਸਾਡੀਆਂ ਸੰਭਾਲਣੀਆਂ ਜ਼ਰੂਰੀ ਹੈ। ਇਹ ਸਾਡੀ ਹਦੂਦ ਹੈ, ਇਹ ਸਾਡਾ ਬਹੁਤ ਵੱਡਾ ਖਜ਼ਾਨਾ ਹੈ ਸਾਡੇ ਕੋਲ। ਨਹੀਂ ਤੇ ਇਹ ਚ ਰਲਗੜ ਕਰਨ ਲੱਗਿਆ ਕਿਸੇ ਨੇ ਮਿੰਟ ਲਾਉਣਾ। ਸਾਡੇ ਆਉਣ ਵਾਲੀਆਂ 50 ਸਾਲਾਂ ਤੋਂ ਬਾਅਦ ਨਸਲਾਂ ਨੂੰ ਨਹੀਂ ਪਤਾ ਲੱਗਣਾ ਕਿ ਅਸਲੀ ਬਾਣੀ ਕਿਹੜੀ ਹੈ ਤੇ ਨਕਲੀ ਕਿਹੜੀ ਹੈ। ਕੋਸ਼ਿਸ਼ ਲੱਗੇ ਹੋਏ ਨੇ ਕਰਨ। ਸੋ ਬਾਣੀ ਨੂੰ ਖੁਦ ਪੜ੍ਹੋ, ਖੁਦ ਵਿਚਾਰੋ, ਸਮਝੋ, ਜਾਣੋ, ਜੀਓ, ਤਾਂ ਅਸੀਂ ਗੁਰੂ ਕੇ ਸਿੱਖਾਂ। ਤੇ ਨਹੀਂ ਤੇ ਫਿਰ ਮਹਾਰਾਜ ਕਹਿੰਦੇ ਭਾਈ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੀਜ਼। ਸੋ ਅੱਜ ਦਾ ਜੋ ਵਿਚਾਰ ਸੀ, ਅੱਜ ਦਾ ਜੋ ਦਿਨ ਸੀ, ਉਹ ਸਾਡੇ ਲਈ ਸਫਰ ਦਾ ਦਿਨ ਆਰੰਭ ਹੁੰਦਾ ਹੈ। ਸਿੱਖ ਕੌਮ ਦਾ ਇੱਕ ਬਹੁਤ ਵੱਡਾ ਦੁਖਦਾਈ ਹਿੱਸਾ ਇਹ ਜਿਹੜਾ ਉਹਦਾ ਮਹੀਨਾ ਹੈ। ਇਹਨਾਂ ਦਿਨਾਂ ਵਿੱਚ ਲੋਕ ਵਿਆਹ ਨਹੀਂ ਕਰਦੇ ਸੀ, ਇਹਨਾਂ ਦਿਨਾਂ ਵਿੱਚ ਲੋਕ ਖੁਸ਼ੀਆਂ ਨਹੀਂ ਮਨਾਉਂਦੇ ਸੀ, ਇਹਨਾਂ ਦਿਨਾਂ ਵਿੱਚ ਘਰ ਵਿੱਚ ਲੋਕ ਥੱਲੇ ਹੀ ਸੌਂਦੇ ਸੀ। ਇਸ ਕਰਕੇ ਤਾਂ ਕਿ ਅਸੀਂ ਮਹਿਸੂਸ ਕਰ ਸਕੀਏ ਕਿ ਠੰਡ ਕੀ ਹੁੰਦੀ ਹੈ, ਉਹ ਮਾਤਾ ਕਿਵੇਂ ਬੈਠੀ ਹੋਏਗੀ, ਉਹ ਬੱਚੇ ਕਿਵੇਂ ਬੈਠੇ ਹੋਣਗੇ ਥੱਲੇ, ਗੁਰੂ ਸਾਹਿਬ ਕਿਵੇਂ ਇਹ ਠੰਡ ਵਿੱਚ ਨਿਕਲੇ ਹੋਣਗੇ। ਬਾਰਿਸ਼ ਪੈਂਦੀ, ਮੀਂਹ ਪੈਂਦਾ, ਆਪਾਂ ਤਾਂ ਕੋਟੀਆਂ ਪਾ ਕੇ ਉੱਪਰ ਦੀ ਲੋਈਆਂ ਲੈ ਕੇ ਬੈਠੇ ਹਾਂ। ਕਿਸੇ ਕੋਲ ਕੁਝ ਨਹੀਂ ਸੀ। ਉਹ ਕਿਹਦੇ ਲਈ ਕੀਤਾ? ਉਹਨੇ ਸਾਡੇ ਲਈ, ਉਹ ਸਾਡੇ ਲਈ ਉਜੜੇ ਤਾਂ ਕਿ ਅਸੀਂ ਵਸ ਸਕੀਏ। ਜੇ ਅਸੀਂ ਅੱਜ ਵਸੇ ਹਾਂ ਤਾਂ ਉਹਨਾਂ ਦੇ ਜੁੜਨ ਕਰਕੇ। ਸੋ ਉਹਨਾਂ ਦਾ ਧੰਨਵਾਦ ਹੈ। ਸਤਿਗੁਰੂ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨ, ਅਸੀਂ ਉਹਦੇ ਹੁਕਮ ਤੇ ਰਜਾ ਵਿੱਚ ਰਹਿੰਦੇ ਹੋਏ ਜੀਵਨ ਗੁਜ਼ਾਰ ਸਕੀਏ, ਜੀਵਨ ਨੂੰ ਸਫਲਾ ਕਰ ਸਕੀਏ। ਹੋਈਆਂ ਕੁਰਬਾਨੀ ਕੀਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
है। सो हुण वाहिगुरू गुरु मंत्र के जाप ते उस तो बाद जो है समाप्ति हो जाएगी। तो सारी संगत को बेनती है कि ये जो 15 बाहा आप मना रहे हैं, सो बढ़ चढ़ के हिस्सा लिया करो। अज बड़ी खुशी हुई जदों अज जेडे बच्चे ने वो गुरुद्वारा साहिब पहुंचे ते वो इतिहास रवण कर रहे थे, तो मन में बड़ी शांति है ते बहुत खुश होया कि बच्चे भी इतने जुड़े हुए ने। सो बड़ा बड़ा उद्यम है कमेटी का भी इतने संगत बहुत जुड़ी हुई है। ते हुण आपां वाहिगुरू के जाप विच जुड़िए। तो सारी संगत को बेनती है कि एकाग्रता बना के रखा करो ते बच्चों जिहड़े इधर उधर फिरते हैं उन्होंने थोड़ा जिहा रोक के रखा करो ताकि जो एकाग्रता है वो भंग ना हो सके। आओ सारे प्यार नाल ऐसी माँ दो